देश दुनिया च वसते पंजाबियों को खुशामदीद। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट सरदार जगतार सिंह जी और सरदार हमीर सिंह जी। मैं जी आया आखना जी। थैंक यू जी, शुक्रिया जी। जिन्हां दे जज्बे मगदे हुंदे आ ना जी, ते जिन्हां दे पैरां थल्ले अग मचदी हुंदी है, वो कदे मुहूर्त नहीं कढाउंदे। वो तुरन लगे इधर उधर नहीं वेखदे, फिर फैसले लैंदे ते हो लैंदे आ। साडे गुआंढी सूबे पंजाब ਦੇ ਛੋਟੇ ਭਰਾ ਹਿਮਾਚਲ ਦੇ ਮੁੱਖ ਮੰਤਰੀ ਜਦੋਂ ਦੀ ਸਹੁੰ ਚੁੱਕੀ ਆ ਪੈਰੀ ਜੁੱਤੀ ਨਹੀਂ ਪਾਈ। ਆਪਣੇ ਸੂਬੇ ਦੇ ਮਾਮਲਿਆਂ ਨੂੰ ਲੈ ਕੇ ਉਹ ਵਿਅਕਤੀ ਇੱਕ ਦਿਨ ਵੀ ਚੈਨ ਨਾਲ ਨਹੀਂ ਬੈਠਦਾ। ਸਾਡੇ ਸਿਆਸਤਦਾਨ ਕਦੇ ਵੱਡੇ ਮਾਮਲਿਆਂ ਵੱਲ ਮੂੰਹ ਨਹੀਂ ਕਰਦੇ, ਸਕੋਰ ਸੈੱਟ ਕਰਦੇ ਰਹਿੰਦੇ ਆ ਪੋਲੀਟੀਕਲੀ। ਮੈਂ ਬੇਸ਼ੱਕ ਇਸ ਗੱਲ ਨਾਲ ਆਵਾਜ਼ਾਰ ਹੋਊਂਗਾ, ਤੁਸੀਂ ਆਵਾਜ਼ਾਰ ਹੋਵੋਗੇ ਕਿ ਹਿਮਾਚਲ ਚੰਡੀਗੜ੍ਹ 'ਚੋਂ ਆਪਣਾ ਹਿੱਸਾ ਮੰਗਦਾ। ਉਹ ਆਪਣੀ ਪ੍ਰਤੀਸ਼ਤਤਾ ਦੇਣ ਲਈ ਕਹਿੰਦਾ, ਉਹ ਇੱਕ ਸਬ ਕਮੇਟੀ ਬਣਾ ਦਿੰਦਾ ਔਰ ਉਹਦੇ ਉੱਤੇ ਉਹਨਾਂ ਦਾ ਮੰਤਰੀ ਤਿੱਖਾ ਬਿਆਨ ਦਿੰਦਾ। ਬਿਲਕੁਲ ਤਕਲੀਫ ਹੁੰਦੀ ਹੈ ਔਰ ਇਹਦੇ ਉੱਤੇ ਸਾਨੂੰ ਵਿਰੋਧ ਕਰਨਾ ਪੈਂਦਾ ਹੈ, ਪਰ ਵਿਰੋਧ ਦੇ ਨਾਲ ਨਾਲ ਜਦੋਂ ਸ਼ਰੀਕ ਕੋਈ ਬਿਹਤਰ ਕਰ ਰਿਹਾ ਹੋਵੇ ਤਾਂ ਉਹਦੀ ਸਿਫਤ ਵੀ ਕਰਨੀ ਬਣਦੀ ਆ। ਜਦੋਂ ਸਾਡੇ ਵਾਲੇ ਲੰਮੀਆਂ ਤਾਣ ਕੇ ਸੁੱਤੇ ਪਏ ਆ, ਹਿਮਾਚਲ ਚੰਡੀਗੜ੍ਹ ਤੇ ਹੱਕ ਜਤਾ ਰਿਹਾ ਜਿਹਦੀ ਰਾਜਧਾਨੀ ਆ, ਉਹਨੂੰ ਇਹਦਾ ਚੇਤਾ ਨਹੀਂ। ਉਹ ਦੂਜੇ ਸੂਬਿਆਂ ਦੇ ਵਿੱਚ ਗਲੀਆਂ ਕੱਛਦਾ ਫਿਰਦਾ ਹੈ। ਸਾਡੇ ਪੁਰਾਣੇ ਰਾਜਨੀਤੀਵਾਨ ਆਪਣੀ ਗਰੇਬਾਨ ਬਚਾਉਂਦੇ ਫਿਰਦੇ ਆ, ਸਾਡੇ ਪੁਰਾਣੇ ਰਾਜਨੀਤੀਵਾਨ ਆਪਣੇ ਕਾਰੋਬਾਰ ਬਚਾਉਂਦੇ ਫਿਰਦੇ ਆ, ਲੇਕਿਨ ਸਟੇਟ ਦੇ ਹਿੱਤ ਔਰ ਸਟੇਟ ਦੀ ਰਾਖੀ ਕਰਨਾ ਜਿਹਦੇ ਲਈ ਉਹਨਾਂ ਨੂੰ ਚੁਣਿਆ ਗਿਆ ਸੀ, ਉਹ ਤੋਂ ਮੁਨਕਰ ਹੋਈ ਬੈਠਿਆ। ਚੰਡੀਗੜ੍ਹ ਦਾ ਮਾਮਲਾ ਇੱਕ ਵਾਰੀ ਫਿਰ ਸੈਂਟਰ ਦੇ ਵਿੱਚ ਆ, ਫੋਕਸ ਵਿੱਚ ਆ। ਇੱਕ ਵਾਰੀ ਫਿਰ ਚੰਡੀਗੜ੍ਹ ਇਸ ਵੇਲੇ ਲੜਾਈ ਦਾ ਮੁੱਦਾ ਬਣਦਾ, ਪਰ ਲੜੂ ਕੌਣ? ਪੰਜਾਬ ਵੱਲੋਂ ਤਾਂ ਕਿਸੇ 'ਚ ਦਮਖਮ ਹੀ ਨਹੀਂ ਬਚਿਆ। ਇਸ ਮੁੱਦੇ ਨੂੰ ਅੱਗੇ ਵਧਾਉਂਦੇ ਆ ਕਿ ਹਿਮਾਚਲ ਜਦੋਂ ਆਪਣਾ ਹਿੱਸਾ ਮੰਗਦਾ ਹੈ, 7% ਤੋਂ ਵੱਧ ਦਾ ਆਪਣਾ ਹਿੱਸਾ ਕਹਿ ਰਿਹਾ, ਤੇ ਕੀ ਆਖਰ ਜਾਂਦਾ ਜਾਂਦਾ ਕੁਝ ਨਾ ਕੁਝ ਲੈ ਜੂ, ਤੇ ਫਿਰ ਇਹਦੇ ਵਿੱਚ ਪੰਜਾਬ ਦਾ ਕੀ ਜਾਂਦਾ ਜੀ? ਇਹ ਸਵਾਲ ਨੂੰ ਲੈਂਦੇ ਆ। ਦੂਜਾ ਮਾਮਲਾ, ਅੱਜ ਮੁੱਖ ਮੰਤਰੀ ਇੱਕ ਵਾਰੀ ਫਿਰ ਪੰਜਾਬੀਆਂ ਨੂੰ ਯਾਦ ਕਰਾਉਂਦੇ ਆ ਵੀ ਤੁਹਾਡੇ ਨਾਲ ਵੇਰਵੇ ਬਾਅਦ 'ਚ ਸ਼ੇਅਰ ਕਰਾਂਗੇ, ਲੇਕਿਨ ਪੰਜਾਬ ਸਰਕਾਰ ਇੱਕ ਵੱਡਾ ਕਦਮ ਲੈਣ ਜਾ ਰਹੀ ਆ। ਉਹ ਇੱਕ ਥਰਮਲ ਪਲਾਂਟ ਖਰੀਦਣ ਜਾ ਰਹੀ ਹੈ ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ ਆ। ਇਹ ਉਹ ਥਰਮਲ ਪਲਾਂਟ ਆ ਜਿਹੜਾ ਦਿਵਾਲੀਆ ਹੋ ਚੁੱਕਿਆ ਔਰ ਇਹਦੇ ਤੇ ਪੰਜਾਬ ਦੀ ਸਰਕਾਰ ਬੋਲੀ ਲਾ ਕੇ ਇਹਨੂੰ ਲੈ ਰਹੀ ਆ। ਇਹ ਮੁੱਖ ਮੰਤਰੀ ਕਲੀਅਰ ਕਰ ਰਿਹਾ, ਜਿਹਨੂੰ ਰੀਟਵੀਟ ਕਰਦੇ ਆ ਅਰਵਿੰਦ ਕੇਜਰੀਵਾਲ, ਕਹਿੰਦੇ ਪਹਿਲੇ ਵੇਚ ਕੇ ਅਸੀਂ ਤਾਂ ਖਰੀਦਣ ਨੂੰ ਆਏ ਆ। ਸਵਾਲ ਇਸ ਗੱਲ ਦਾ ਹੈ ਕਿ ਸਾਡੇ ਕੋਲ ਪਹਿਲਾਂ ਵੀ ਪਬਲਿਕ ਸੈਕਟਰ ਦੇ ਵਿੱਚ ਜਿਹੜੇ ਥਰਮਲ ਪਲਾਂਟ ਸੀਗੇ ਉਹ ਬੰਦ ਕਿਉਂ ਹੋਏ? ਆਖਰ ਉਹ ਉਦੋਂ ਘਾਟੇ 'ਚ ਕਿਉਂ ਸੀਗੇ? ਉਹ ਪ੍ਰੋਪਰ ਚੱਲ ਕਿਉਂ ਨਹੀਂ ਸੀ ਰਹੇ? ਅਸੀਂ ਨਿੱਜੀ ਖੇਤਰ ਵੱਲ ਕਿਉਂ ਗਏ? ਅਸੀਂ ਪ੍ਰਾਈਵੇਟ ਪਲੇਅਰਸ ਨਾਲ ਖੜੇ ਹੀ ਕਿਉਂ? ਅੱਜ ਉਹ ਚਿਮਨੀਆਂ ਦਾ ਧੂੰਆਂ ਜਿਹਦੇ ਕਦੇ ਮਨਪ੍ਰੀਤ ਬਾਦਲ ਕਹਿੰਦੇ ਸੀ ਮੈਂ ਰੋਕਣ ਨਹੀਂ ਦੇਣਾ, ਉਹ ਮੁੱਕ ਗਿਆ। ਤੇ ਹੁਣ ਉਹ ਇੰਜੀਨੀਅਰ ਜਿਹੜੇ ਕਦੇ ਲੜਦੇ ਹੁੰਦੇ ਸੀ ਕਿ ਅਸੀਂ ਆਪਣੇ ਪਬਲਿਕ ਸੈਕਟਰ ਦੇ ਵਿਕਣ ਨਹੀਂ ਦੇਣੇ, ਢਹਿਣ ਨਹੀਂ ਦੇਣੇ, ਉਹ ਵੀ ਚੁੱਪ ਬੈਠੇ ਆ। ਮੁੱਖ ਮੰਤਰੀ ਇਹਨੂੰ ਪ੍ਰਾਪਤੀ ਦੱਸਦੇ ਆ ਤੇ ਅਸੀਂ ਇਹਨੂੰ ਕਿਵੇਂ ਦੱਸੀਏ? ਸਰਦਾਰ ਹਮੀਰ ਸਿੰਘ ਹੋਰਾਂ ਨੇ ਟੈਕਨੀਕਲੀ ਇਹਦੇ ਸੰਬੰਧੀ ਜਾਣਕਾਰੀ ਪ੍ਰਾਪਤ ਵੀ ਕੀਤੀ ਆ ਔਰ ਉਹਨਾਂ ਦਾ ਸਾਲਾਂ ਦਾ ਅਨੁਭਵ ਜਿਵੇਂ ਜਿਵੇਂ ਉਹਨਾਂ ਨੇ ਦੇਖਿਆ, ਸਰਦਾਰ ਜਗਤਾਰ ਸਿੰਘ ਜੀ ਦਾ ਅਨੁਭਵ ਇਹਦੇ 'ਚ ਸ਼ਾਮਲ ਕਰਦੇ ਆ। ਗੱਲ ਤੋਰਦੇ ਆ। ਸਰਦਾਰ ਜਗਤਾਰ ਸਿੰਘ ਜੀ, ਚੰਡੀਗੜ੍ਹ ਇੱਕ ਦੁੱਖ ਦੀ ਰਗ ਹੈ ਤੇ ਚੰਡੀਗੜ੍ਹ ਇੱਕ ਐਸਾ ਨੁਕਤਾ ਹੈ ਜਿਹਦੇ ਉੱਤੇ ਹਰੇਕ ਨੇ ਪੋਲਿਟਿਕਸ ਕੀਤੀ ਆ, ਪਰ ਕੱਢਿਆ ਕੁਛ ਨਹੀਂ, ਲੜਿਆ ਕੋਈ ਨਹੀਂ, ਮਰੇ ਬਹੁਤ ਲੋਕ ਆ। ਅੱਜ ਫਿਰ ਇੱਕ ਵਾਰੀ ਹਿਮਾਚਲ ਇਹ ਮੁੱਦਾ ਉਠਾਉਂਦਾ, ਪੰਜਾਬ ਗਹਿਰੀ ਨੀਂਦ 'ਚ ਆ, ਇਹਦੇ ਆਗੂ ਸਾਹ ਸੱਤਹੀਣ ਹੋਏ ਪਏ ਆ। ਮੈਂ ਇਸ ਮੁੱਦੇ ਨੂੰ ਕਿਵੇਂ ਸਮਝਾਂ? ਇਹ ਜਿਹੜੀ ਦਰਦ ਹੈ ਨਾ, ਹੌਲੀ ਹੌਲੀ ਲੱਗਦਾ ਜਿਵੇਂ ਇਮਿਊਨਿਟੀ ਹੋ ਜਾਂਦੀ ਹੈ, ਵੀ ਕਦੇ ਕਦੇ ਚੁੰਡੀ ਵੱਢੀ ਜਾਂਦੀ ਹੈ ਤੇ ਉਹਦੇ ਨਾਲ ਅਹਿਸਾਸ ਹੁੰਦਾ ਹੈ ਕਿ ਇਹ ਮਸਲਾ ਜ਼ਖਮ ਹੈ ਕੋਈ ਪੁਰਾਣਾ, ਤੇ ਜਿਹੜਾ ਲੋਕਾਂ ਨੇ ਅਲਟੀਮੇਟਲੀ ਜਿਹਨੂੰ ਕੰਪਰੋਮਾਈਜ਼ ਕਰ ਲਿਆ ਬਈ ਚਲੋ ਕੋਈ ਗੱਲ ਨਹੀਂ, ਇਹਨੂੰ ਇਸ ਤਰ੍ਹਾਂ ਹੀ ਚੱਲੀ ਜਾਣ ਦਿਓ ਤੇ ਮਰਮ ਪੱਟੀ ਮਾੜੀ ਮੋਟੀ ਕਰ ਲਿਆ ਕਰੋ। ਜਦੋਂ ਗੁਆਂਢੀ ਸਟੇਟਸ ਹਰਿਆਣਾ ਤੇ ਹਿਮਾਚਲ, ਜਦੋਂ ਉਹਨਾਂ ਦਾ ਜੀ ਕਰਦਾ ਹੈ ਉਹ ਇਸ ਜ਼ਖਮ ਨੂੰ ਛੇੜ ਦਿੰਦੇ। ਇਹ ਇਸ਼ੂ ਸਿਰਫ ਪੰਜਾਬ ਦਾ ਨਹੀਂ ਹੈ। 1966 ਦੇ ਵਿੱਚ ਚੰਡੀਗੜ੍ਹ ਨੂੰ ਆਪਣੀ ਰਾਜਧਾਨੀ ਤੋਂ ਵਾਂਝਾ ਕਰਕੇ ਇਸ ਸ਼ਹਿਰ ਨੂੰ ਯੂਟੀ ਡਿਕਲੇਅਰ ਕਰ ਦਿੱਤਾ ਗਿਆ ਸੀ। ਓਰੀਜਨਲੀ 10 ਸਾਲ ਵਾਸਤੇ ਸੀ ਕਿ 10 ਸਾਲ ਤੱਕ ਇਹ ਸ਼ਹਿਰ ਯੂਟੀ ਰਹੇਗਾ ਤੇ ਮੁੜ ਕੇ ਪੰਜਾਬ ਨੂੰ ਚਲਿਆ ਜਾਏਗਾ। ਅਰੇਂਜਮੈਂਟ ਤਾਂ ਅਲਟੀਮੇਟਲੀ ਇਹੀ ਸੀਗਾ। ਇਹ ਸ਼ਹਿਰ ਬਣਿਆ ਸੀ ਰਾਜਧਾਨੀ ਪੰਜਾਬ ਦੀ। 1947 ਤੱਕ ਪੰਜਾਬ ਦੀ ਰਾਜਧਾਨੀ ਸੀ ਲਾਹੌਰ, ਜਿਹੜਾ ਦੁਨੀਆ ਦੇ ਸਭ ਤੋਂ ਵਿਕਸਿਤ ਸ਼ਹਿਰਾਂ ਵਿੱਚੋਂ ਗਿਣਿਆ ਜਾਂਦਾ ਸੀਗਾ। 47 ਤੋਂ ਬਾਅਦ ਅਲਟੀਮੇਟਲੀ ਜਦੋਂ ਪੰਜਾਬ ਦੀ ਰਾਜਧਾਨੀ ਖੁੱਸ ਗਈ, ਪਾਰਟੀਸ਼ਨ ਦਾ ਨੁਕਸਾਨ ਤਾਂ ਪੰਜਾਬ ਨੂੰ ਹੀ ਹੋਇਆ ਹੈ ਨਾ। ਪੰਜਾਬ ਨੇ ਸਿਰਫ
ਲੱਖਾਂ ਲੋਕ ਜਾਨਾਂ ਹੀ ਨਹੀਂ ਗਵਾਈਆਂ ਜਾਂ ਪ੍ਰਾਪਰਟੀ ਹੀ ਨਹੀਂ ਗਵਾਈ, ਆਪਣੀ ਰਾਜਧਾਨੀ ਵੀ ਗਵਾਈ ਉਦੋਂ। ਤੇ ਸਿੱਖਾਂ ਨੇ ਆਪਣੇ ਗੁਰਧਾਮ ਗਵਾਏ। ਬਾਕੀ ਮੁਲਕ ਆਜ਼ਾਦ ਹੋਇਆ, ਇਹ ਉਸ ਆਜ਼ਾਦੀ ਦੀ ਪੀੜ ਹੁਣ ਤੱਕ ਇਹ ਪੰਜਾਬ ਸਹਿ ਰਿਹਾ। ਉਸ ਤੋਂ ਬਾਅਦ ਚੰਡੀਗੜ੍ਹ ਪੰਜਾਬ ਵਾਸਤੇ ਪਲਾਨ ਹੋਇਆ, ਮੋਸਟ ਮਾਡਰਨ ਸਿਟੀ, ਕਿ ਲੋਕ ਲਾਹੌਰ ਨੂੰ ਭੁੱਲ ਜਾਣ। ਸਹੀ ਵੀ ਸ਼ਹਿਰ ਵਧੀਆ, ਹੁਣ ਵੀ ਵਧੀਆ, ਸਭ ਤੋਂ ਵਧੀਆ ਹਿੰਦੁਸਤਾਨ ਦਾ ਸਭ ਤੋਂ ਡਿਵੈਲਪ ਸ਼ਹਿਰ ਅੱਜ ਵੀ। ਲੇਕਿਨ 1966 ਦੇ ਵਿੱਚ ਜਿਹੜੀ ਕੇਂਦਰ ਸਰਕਾਰ ਨੇ ਇਹਦੇ ਸ਼ਰਾਰਤ ਕੀਤੀ, ਜਦੋਂ ਪੰਜਾਬ ਦੀ ਰੀਆਰਗੇਨਾਈਜੇਸ਼ਨ ਕੀਤੀ, ਪੰਜਾਬੀ ਸੂਬਾ ਜਿਹਨੂੰ ਕਹਿੰਦੇ ਲੱਗਣਾ ਪੰਜਾਬੀ ਸੂਬਾ ਦੇਤਾ ਜੀ, ਸ਼ਹਿਰ ਰੱਖ ਲਿਆ। ਉਦੋਂ ਜਿਹੜੇ ਲੋਕ ਕੇਂਦਰ ਸਰਕਾਰ ਦੇ ਵਿੱਚ ਬੈਠੇ ਸੀਗੇ, ਉਹਨਾਂ ਨੂੰ ਸ਼ਾਇਦ ਇਹ ਸਮਝ ਨਹੀਂ ਸੀਗੀ ਕਿ ਇਹ ਨਾਸੂਰ ਹਿੰਦੁਸਤਾਨ ਦੇ ਪਿੰਡੇ ਤੇ ਬਣੇਗਾ ਪਰਮਾਨੈਂਟ। ਗੱਲ ਸਿਰਫ ਪੰਜਾਬ ਦੀ ਨਹੀਂ ਹੈ। ਅੱਜ ਦੀ ਤਰੀਕ ਦੇ ਵਿੱਚ ਜਿਹੜਾ ਚੰਡੀਗੜ੍ਹ ਦਾ ਮਸਲਾ ਹੈ ਜਾਂ ਬਾਕੀ ਮਸਲੇ ਪੰਜਾਬ ਦੇ ਹੈ, ਉਹ ਹਿੰਦੁਸਤਾਨ ਦੇ ਪਿੰਡੇ ਤੇ ਪਰਮਾਨੈਂਟ ਨਾਸੂਰ ਹੈ। ਤੇ ਜਦੋਂ 78 ਦੇ ਵਿੱਚ ਇੱਥੇ ਧੂਣੀ ਧੂਹੀ ਤੇ ਉਸ ਤੋਂ ਬਾਅਦ ਭਾਬੜ ਮੱਚੇ, ਤੇ ਉਹਦੇ 'ਚ ਇਕੱਲਾ ਪੰਜਾਬ ਹੀ ਨਹੀਂ ਸੀ ਬਲਿਆ, ਉਹਦੇ 'ਚ ਦਿੱਲੀ ਵੀ ਬਲੀ ਸੀ, ਕਾਨਪੁਰ ਵੀ ਬਲਿਆ ਸੀ, ਪੂਨਾ ਵੀ ਬਲਿਆ ਸੀ, ਤੇ ਸਾਰਾ ਹਿੰਦੁਸਤਾਨ ਝੁਲਸਿਆ ਸੀ। ਹੈਰਾਨੀ ਹੈ ਕਿ ਉਸ ਤੋਂ ਬਾਅਦ ਵੀ ਸਬਕ ਨਹੀਂ ਸਿੱਖਿਆ ਗਿਆ। ਇਹ ਸਾਰੇ ਪ੍ਰੋਸੈਸ 40,000 ਜਾਨਾਂ ਜਾ ਚੁੱਕੀਆਂ। ਮੈਂ ਚੰਡੀਗੜ੍ਹ ਵਾਸਤੇ ਨਹੀਂ ਕਹਿੰਦਾ, ਜਿਹੜੀ ਉਹ ਅੱਗ ਲੱਗੀ ਉਹਦੇ ਪਿੱਛੇ ਜੜਾ ਜੇ ਜਾਈਏ ਤਾਂ ਉਹਦੇ 'ਚ ਇੱਕ ਇਸ਼ੂ ਚੰਡੀਗੜ੍ਹ, ਦੂਸਰਾ ਪਾਣੀ, ਇਹ ਹੈਗੇ ਆ। ਇਹਦੇ ਨਾਲ ਇਹ ਹੋਇਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਅਹਿਸਾਸ ਕਰਾ ਦਿੱਤਾ ਗਿਆ ਕਿ ਤੁਹਾਡੇ ਨਾਲ ਵਿਤਕਰਾ ਕੀਤਾ ਗਿਆ ਹੈ। ਉਹਨਾਂ ਨੂੰ ਹੋ ਗਿਆ, ਅਹਿਸਾਸ ਹੋ ਗਿਆ ਵਿਤਕਰਾ ਸਾਡੇ ਨਾਲ ਹਰ ਗੱਲ ਤੇ ਹੋ ਰਿਹਾ ਹੈ। ਇਹ ਵਿਤਕਰੇ ਦੀ ਗੱਲ ਹੈ, ਮੈਂ ਸਿਰਫ ਡਿਨਾਇਲ ਦੀ ਗੱਲ ਨਹੀਂ ਕਰ ਰਿਹਾ। ਜਿਹੜੀ ਉਹ ਭਾਵਨਾ ਸੀਗੀ, ਉਹਨੇ ਪੰਜਾਬ ਦੇ ਵਿੱਚ ਇੱਕ ਪ੍ਰੋਟੈਸਟ ਪੈਦਾ ਕੀਤਾ। ਪ੍ਰੋਟੈਸਟ ਹੁਣ ਤੱਕ ਚੱਲ ਰਿਹਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅੰਮ੍ਰਿਤਸਰ 'ਚ ਅੱਜ ਵੀ ਆਪਣੇ ਕਿਸਮ ਦਾ ਪਹਿਲੀ ਵਾਰੀ ਪ੍ਰੋਟੈਸਟ ਹੋਇਆ ਸੈਂਟਰਲ ਏਜੰਸੀ ਦੇ ਖਿਲਾਫ। ਸੋ ਇਹ ਕੰਟੀਨਿਊਸ ਪ੍ਰੋਸੈਸ ਹੈਗਾ ਜਿਹੜਾ ਲਗਾਤਾਰ ਚੱਲ ਰਿਹਾ ਹੈ। ਹੁਣ ਜਾਂ ਤਾਂ ਡਿਕਲੇਅਰ ਕਰੋ ਕਿ ਚੰਡੀਗੜ੍ਹ ਪਰਮਾਨੈਂਟ ਯੂਟੀ ਰਹੇਗਾ। ਹੁਣ ਹਿਮਾਚਲ ਨੇ ਅੱਜ ਆਪਣਾ ਸ਼ੇਅਰ ਕਲੇਮ ਕਰ ਲਿਆ। ਲੀਗਲੀ ਸ਼ਾਇਦ ਉਹਨਾਂ ਦਾ ਰਾਈਟ ਹੈਗਾ, ਗੱਲ ਲੀਗਲੀ ਜਾਂ ਅਦਰਵਾਈਜ਼ ਨਹੀਂ ਹੈ। ਹਰਿਆਣਾ ਵੀ ਕਹਿੰਦਾ ਇੱਕ ਸਟੇਜ ਤੇ ਬਲੂਚਿਸਤਾਨ ਤੋਂ ਪਹਿਲਾਂ ਪ੍ਰਪੋਜ਼ਲ ਵੀ ਬਣੀ ਸੀਗੀ ਕਿ ਚੰਡੀਗੜ੍ਹ ਨੂੰ ਹਰਿਆਣਾ ਤੇ ਪੰਜਾਬ ਦੇ ਵਿੱਚ ਡਿਵਾਈਡ ਕਰ ਦਿੱਤਾ ਜਾਵੇ। 7 ਸੈਕਟਰ ਵਾਲਾ ਜਿਹੜਾ ਪਾਸਾ ਹੈ ਉਹ ਹਰਿਆਣਾ ਨੂੰ ਦੇ ਦਿਓ ਤੇ ਬਾਕੀ ਪੰਜਾਬ ਨੂੰ ਦੇ ਦਿਓ। ਹੋਰ ਕਿ ਗੱਲ ਨੂੰ ਠੀਕ ਹੈ, ਚੰਡੀਗੜ੍ਹ ਇੱਕ ਆਰਗੈਨਿਕ ਯੂਨਿਟ ਹੈ। ਤੁਸੀਂ ਇੱਕ ਸਰੀਰ ਨੂੰ ਕੱਟ ਕੇ ਥੋੜੀ ਵੰਡ ਸਕਦੇ ਦੋ ਹਿੱਸਿਆਂ ਦੇ ਵਿੱਚ। ਸੋ ਗੱਲ ਟੈਰੀਟਰੀ ਦੀ ਨਹੀਂ ਹੈ, ਗੱਲ ਇੱਕ ਇਤਿਹਾਸਕ ਇਸ਼ੂ, ਇੱਕ ਸੈਂਟੀਮੈਂਟ ਦੀ ਹੈ ਕਿ ਕਿਸੇ ਸਟੇਟ ਨੂੰ ਉਹਨਾਂ ਦੀ ਰਾਜਧਾਨੀ ਤੋਂ ਵਾਂਝਾ ਕੀਤਾ ਜਾ ਸਕਦਾ ਹੈ। ਇਹ ਪੰਜਾਬ ਨਾਲ ਹੀ ਹੋਇਆ। ਅੱਜ ਦੀ ਤਰੀਕ ਦੇ ਵਿੱਚ ਹਿੰਦੁਸਤਾਨ ਦੇ ਵਿੱਚ 2 ਸਟੇਟਸ ਆ ਜਿਨ੍ਹਾਂ ਦੀ ਆਪਣੀ ਰਾਜਧਾਨੀ ਨਹੀਂ ਹੈ। ਪੰਜਾਬ ਤੋਂ ਖੋਈ ਗਈ, ਹਰਿਆਣਾ ਆਪਣੀ ਰਾਜਧਾਨੀ ਖੁਦ ਹੀ ਨਹੀਂ ਬਣਾ ਰਿਹਾ, ਇਸ ਕਰਕੇ ਕਿ ਸਾਡਾ ਤਾਂ ਚੰਡੀਗੜ੍ਹ ਦੇ ਵਿੱਚ ਸ਼ਹਿਰ ਹੈ। ਜੇ ਤੁਹਾਡੀ ਰਾਜਧਾਨੀ ਹਰਿਆਣੇ ਦੇ ਵਿੱਚ ਹੋਵੇ ਤਾਂ ਸ਼ਾਇਦ ਇਹਨਾਂ ਦੇ ਵਿਕਾਸ ਦੀ ਦਰ ਹੋਰ ਵੱਧ ਜਾਵੇ ਥੋੜੀ ਜੀ। ਪੰਜਾਬ ਦੇ ਨਾਲ ਵਿਤਕਰਾ ਹੈ, ਹਰਿਆਣੇ ਨਾਲ ਵਿਤਕਰਾ ਨਹੀਂ ਹੈ। ਉਹਨਾਂ ਨੇ ਆਪਟ ਕੀਤਾ ਕਿ ਆਪਣੀ ਰਾਜਧਾਨੀ ਨਾ ਬਣਾਉਣ ਦਾ। ਹਰਿਆਣਾ ਸ਼ੇਅਰ ਮੰਗ ਰਿਹਾ ਤੇ ਸੈਂਟਰ ਦੀ ਇਸ ਮਾਮਲੇ ਤੇ ਜਿਹੜੀ ਚੁੱਪੀ ਲਗਾਤਾਰ ਹੈਗੀ ਹੈ, ਇਹ ਕੋਈ ਹਿੰਦੁਸਤਾਨ ਦੇ ਫਾਇਦੇ ਦੇ ਵਿੱਚ ਨਹੀਂ ਹੈ। ਇਹ ਇੱਕ ਸਟੇਜ ਤੇ ਐਕਸਪੈਕਟ ਕੀਤਾ ਜਾਂਦਾ ਸੀ ਕਿ ਨਰਿੰਦਰ ਮੋਦੀ ਵਰਗਾ ਜਿਹੜਾ ਸਟਰੋਂਗ ਪ੍ਰਾਈਮ ਮਿਨਿਸਟਰ ਹੈ ਉਹ ਸ਼ਾਇਦ ਇਹਨਾਂ ਮਸਲਿਆਂ ਦੇ ਹੱਲ ਕਰਨ। ਤੇ ਖਾਸ ਕਰਕੇ ਜਦੋਂ ਅਕਾਲੀ ਦਲ ਬੀਜੇਪੀ ਨਾਲ ਭਾਈਵਾਲ ਸੀ ਸੱਤਾ ਦੇ ਵਿੱਚ, ਔਰ ਮੋਦੀ ਸਰਕਾਰ ਦੇ ਨਾਲ ਸ਼ਾਮਲ ਸੀ ਉਸ ਸਰਕਾਰ ਦੇ ਵਿੱਚ, ਵੀ ਇਸ਼ੂ ਸਟਰੋਂਗਲੀ ਟੇਕਅਪ ਕਰਕੇ ਫਾਰਮਲੀ ਐਵੇਂ ਜਾ ਕੇ ਇੱਕ ਮੀਟਿੰਗ ਕੀਤੀ ਜਾਂ ਇੱਕ ਲੈਟਰ ਦੇਤੀ। ਬਹੁਤੀ ਵਾਰੀ ਇਸ਼ੂ ਉਠਾਇਆ ਵੀ ਨਹੀਂ ਗਿਆ ਪੰਜਾਬ ਵੱਲੋਂ। ਜਿਸ ਢੰਗ ਨਾਲ ਅੱਜ ਹਿਮਾਚਲ ਨੇ ਗੱਲ ਕੀਤੀ ਹੈ, ਸਾਡੇ ਪੰਜਾਬ ਸਰਕਾਰ ਦੇ ਵਿੱਚ ਤੁਸੀਂ ਦੇਖੋ 97 ਤੋਂ ਬਾਅਦ ਕਿੰਨੀ ਕੁ ਵਾਰੀ ਇਸ ਜ਼ੋਰ ਸ਼ੋਰ ਨਾਲ ਇਸ਼ੂ ਉਠਾਇਆ ਗਿਆ। ਕਿਤੇ ਫਾਰਮੈਲਿਟੀ ਸੇ ਕਿਤੇ ਇਹ ਬਿਆਨ ਦੇ ਦਿੱਤਾ ਜਾਂਦਾ ਸੀ ਜਾਂ ਕਦੇ ਕੋਈ ਲੈਟਰ ਲਿਖ ਦਿੱਤੀ ਹੋਵੇ। ਪੰਜਾਬ ਸਰਕਾਰ ਨੇ ਕਦੇ ਫੋਰਸਫੁਲੀ ਇਸ ਮਸਲੇ ਨੂੰ ਪਰਸਿਊ ਨਹੀਂ ਕੀਤਾ। ਇੱਥੇ ਹੀ ਸਾਰੀ ਗੜਬੜ ਹੈ। ਲੇਕਿਨ ਮੈਂ ਵਾਰ-ਵਾਰ ਫਿਰ ਉਸੇ ਬੇਸਿਕ ਗਲਤੀ ਆਉਣਾ ਕਿ ਇਹ ਹਿੰਦੁਸਤਾਨ ਨੇ ਆਪਣੇ ਪਿੰਡੇ ਤੇ ਨਾਸੂਰ ਆਪ ਬਣਾਇਆ। ਇਹ ਇਸ ਤਰ੍ਹਾਂ ਹੀ ਰਿਸਦਾ ਰਹੇਗਾ ਜਦ ਤੱਕ ਇਹਦਾ ਹੱਲ ਨਹੀਂ ਹੁੰਦਾ। ਸਾਡੇ ਆਗੂਆਂ ਕੋਲੇ ਚੰਡੀਗੜ੍ਹ ਦੇ ਵਿੱਚ ਮਹਿਲ ਨੇ, ਬਾਦਲਾਂ ਕੋਲ ਆਪਣਾ ਵੱਡਾ ਘਰ ਹੈ, ਪ੍ਰਤਾਪ ਸਿੰਘ ਬਾਜਵਾ ਕੋਲ ਆਪਣਾ ਘਰ ਹੈ,
ਸੁਖਦੇਵ ਸਿੰਘ ਢੀਂਡਸਾ ਕੋਲ ਚੰਡੀਗੜ੍ਹ ਦੇ ਵਿੱਚ ਅਹਿਮ ਸੈਕਟਰਾਂ ਦੇ ਵਿੱਚ ਇਹਨਾਂ ਕੋਲ ਆਪਣੇ ਘਰ ਨੇ। ਇਹ ਚੰਡੀਗੜ੍ਹ ਇਹਨਾਂ ਦੀ ਕਰਮ ਭੂਮੀ ਹੈ, ਚੰਡੀਗੜ੍ਹ 'ਚ ਵੱਸਦੇ ਨੇ। ਇਹ ਚੰਡੀਗੜ੍ਹ ਲਈ ਕਦੇ ਰੌਲਾ ਨਹੀਂ ਪਾਉਂਦੇ, ਇਹ ਚੰਡੀਗੜ੍ਹ ਲਈ ਕਦੇ ਲੜਦੇ ਨਹੀਂ ਦਿਸਦੇ। ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਚੰਡੀਗੜ੍ਹ ਦੇ ਵਿੱਚ ਵੜਦਾ ਕਰਤਾ ਹੈ। 2 ਸੈਕਟਰ ਦੇ ਵਿੱਚ ਸਭ ਤੋਂ ਅਹਿਮ ਜਗ੍ਹਾ ਦੇ ਵਿੱਚ ਉਹ ਬੈਠੇ ਨੇ। ਸਵਾਲ ਇਸ ਗੱਲ ਦਾ ਹੈ ਕਿ ਸਾਡੇ ਲੋਕ ਚੰਡੀਗੜ੍ਹ ਲਈ, ਆਪਣੀ ਰਾਜਧਾਨੀ ਲਈ ਤਰੱਦਦ ਕਿਉਂ ਨਹੀਂ ਕਰਦੇ। ਹਰਿਆਣੇ ਦਾ ਸਵਾਲ ਹੈ ਤਾਂ ਗੜਗਾਉਂ ਜਿਹੜਾ ਹੁਣ ਗੁਰੂਗ੍ਰਾਮ ਹੈ, ਉਹਦੇ ਵਿੱਚ ਦੁਨੀਆ ਭਰ ਦੀ ਇਨਵੈਸਟਮੈਂਟ ਹੈ ਤੇ ਦੁਨੀਆ ਭਰ ਦੇ ਪੇਸ਼ੇਵਰ ਬੈਠੇ ਨੇ। ਉਹਨੂੰ ਆਪਣੀ ਰਾਜਧਾਨੀ ਦੀ ਹੁਣ ਲੋੜ ਨਹੀਂ ਰਹੀ। ਉਹਨਾਂ ਕੋਲ ਦਿੱਲੀ ਦੇ ਨਾਲ ਦਾ ਇੱਕ ਐਸਾ ਇਲਾਕਾ ਜਿਹੜਾ ਬਹੁਤ ਸਾਰਾ ਟੈਕਸ ਵੀ ਇਕੱਠਾ ਕਰਦਾ ਹੈ ਤੇ ਉਹ ਉਹਨਾਂ ਦਾ ਢਿੱਡ ਵੀ ਭਰਦਾ ਹੈ ਤੇ ਉਹਨਾਂ ਦੀ ਰਾਜਧਾਨੀ ਵਰਗਾ, ਜਿੱਥੇ ਉਹਨਾਂ ਨੂੰ ਰਹਿ ਕੇ ਦਿੱਲੀ ਦੇ ਹਾਕਮਾਂ ਨਾਲ ਸਾਂਝ ਪਾਉਣ 'ਚ ਵੀ ਮੁਸ਼ਕਿਲ ਨਹੀਂ ਆਉਂਦੀ। ਲੇਕਿਨ ਪੰਜਾਬ ਮਰਿਆ। ਪੰਜਾਬ ਦੇ ਅੰਮ੍ਰਿਤਸਰ ਵਰਗੇ ਏਰੀਆ ਜਿਹੜੇ ਧੁਰਾ ਸੀਗਾ, ਇਹਦੀ ਜਾਨ ਸੀ, ਰੂਹ ਸੀਗੀ, ਉਹਨਾਂ ਦੇ ਵਿੱਚ ਵਿਕਾਸ ਹੀ ਨਹੀਂ ਹੋ ਸਕਿਆ। ਅਸੀਂ ਅੱਜ ਵੀ ਰੋਨੇ ਆ, ਪਰ ਸਾਡੇ ਲੀਡਰ ਇਹਦੇ 'ਚ ਹੋਰਾਂ ਅੱਗੇ ਨਹੀਂ ਵੱਧਦੇ। ਸਰਦਾਰ ਹਮੀਰ ਸਿੰਘ ਜੀ ਤੋਂ ਮੈਂ ਸਭ ਤੋਂ ਅਹਿਮ ਸਵਾਲ ਅੱਜ ਦਾ ਪੁੱਛਣਾ ਹੈ, ਪਰ ਮੈਂ ਚੰਡੀਗੜ੍ਹ ਤੇ ਪਹਿਲਾਂ ਜਾਊਂਗਾ। ਜਦੋਂ ਮੈਂ ਅਹਿਮ ਸਵਾਲ ਕਹਿਣਾ ਹੈ ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਦਾ ਬਾਰ-ਬਾਰ ਉਹਦੀ ਸਰਕਾਰ ਦਾ ਦਾਅਵਾ ਕਰਨਾ ਕਿ ਜਿਹੜੇ ਬਿਜਲੀ ਸਮਝੌਤੇ ਹੋਏ ਆ ਉਹਨਾਂ ਤੇ ਵਾਈਟ ਪੇਪਰ ਲਿਆਵਾਂਗੇ, ਉਹਨਾਂ ਨੂੰ ਰੱਦ ਕਰਾਂਗੇ, ਉਹਨਾਂ ਨੂੰ ਰੀਰਾਈਟ ਕਰਾਂਗੇ, ਉਹਨਾਂ ਨੂੰ ਰਿਵਿਊ ਕਰਾਂਗੇ, ਔਰ ਫਿਰ ਆਖਰ ਦੇ ਵਿੱਚ ਉਹ ਚਲੇ ਜਾਂਦੇ ਆ ਤੇ ਇਦਾਂ ਹੀ ਸਭ ਦਫਨ ਹੋ ਜਾਂਦਾ। ਅੱਜ ਵਾਲੇ ਵੀ ਕਹਿ ਕੇ ਆਏ ਸੀਗੇ ਕਿ ਇੰਨੀ ਸਮਰੱਥਾ ਵਾਲੇ ਉਦੋਂ ਕਿਉਂ ਲੱਗ ਗਏ। ਫਿਕਸ ਚਾਰਜਸ ਦੇ ਨਾਂ ਤੇ ਪੰਜਾਬੀਆਂ ਦੇ ਕੀ ਕੁਝ ਪੱਲੇ ਪਿਆ, ਔਰ ਇਹਨਾਂ ਨੂੰ ਰੱਦ ਕਰਦੇ ਰਿਵਿਊ ਕਰਦੇ ਇਹਨਾਂ ਦੇ ਨਾਲ ਤੁਰਦੇ ਕਿਉਂ ਅਸੀਂ। ਆਖਰ ਵੱਡੀਆਂ ਕੰਪਨੀਆਂ, ਵੱਡੇ ਕਾਰੋਬਾਰੀ ਕਿੱਦਾਂ ਸਾਡੇ ਪੋਲੀਟੀਸ਼ੀਅਨਸ ਨੂੰ ਨਾਲ ਤੋਰ ਲੈਂਦੇ ਆ, ਪਤਾ ਹੀ ਨਹੀਂ ਲੱਗਦਾ। ਖੈਰ, ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਜਦੋਂ ਹਿਮਾਚਲ ਦੇ ਮੁੱਖ ਮੰਤਰੀ ਨੇ ਇੱਕ ਵਾਰੀ ਫਿਰ ਤਾਲ ਠੋਕਤੀ ਆ ਤੇ ਸਾਡੇ ਵਾਲਿਆਂ ਦੀ ਗਹਿਰੀ ਨੀਂਦ ਨੂੰ ਕਿਵੇਂ ਅਸੀਂ ਉਹਨਾਂ ਨੂੰ ਬਾਹਰ ਲਿਆਈਏ, ਕਿੱਦਾਂ ਇਹ ਕੁੰਭਕਰਨੀ ਨੀਂਦ ਚੋਂ ਜਾਗਣਗੇ, ਕਦੇ ਜਾਗਣਗੇ ਵੀ ਕਿ ਨਹੀਂ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮੌਕੇ ਤੇ ਹਿਮਾਚਲ ਨੇ ਜਿਹੜਾ ਮੁੱਦਾ ਛੇੜ ਲਿਆ, ਚੰਡੀਗੜ੍ਹ ਇੱਕ ਵਾਰੀ ਫਿਰ ਪੰਜਾਬੀਆਂ ਤੋਂ ਹੋਰ ਦੂਰ ਹੁੰਦਾ ਜਾ ਰਿਹਾ? ਬਿਲਕੁਲ, ਹਿਮਾਚਲ ਸਰਕਾਰ ਨੇ 2-3 ਫੈਸਲੇ ਪਿਛਲੇ ਦਿਨਾਂ 'ਚ ਆਪਣੇ ਪੱਧਰ ਤੇ ਕੀਤੇ। ਇੱਕ ਤਾਂ ਬਿਜਲੀ ਦੇ ਮਾਮਲੇ 'ਚ ਸੈਸ ਦਾ ਜਿਹੜਾ ਸਵਾਲ ਸੀਗਾ, ਉਹ ਚਾਹੇ ਲਾਗੂ ਹੋਵੇ ਨਾ ਹੋਵੇ ਉਦੋਂ ਬਾਅਦ ਦਾ ਕੁਐਸਚਨ ਹੈ, ਪਰ ਉਹਨਾਂ ਨੇ ਕਿਹਾ ਕਿ ਸਾਡਾ ਇਹ ਰਾਈਟ ਹੈ ਜੀ, ਅਸੀਂ ਹਾਈਡਰੋ ਪ੍ਰੋਜੈਕਟਾਂ ਤੇ ਜਿਹੜੀ ਬਿਜਲੀ ਹੈ ਉਹਦੇ ਤੇ ਸੈਸ ਲਵਾਂਗੇ। ਦੂਸਰਾ, ਉਹਨਾਂ ਨੇ ਪਾਣੀ ਦੇ ਮੁੱਦੇ ਦੇ ਉੱਤੇ ਜਿਹੜਾ ਉਹ NOC ਡਿਵਰਟ ਕਰਨ ਦੇ ਮਾਮਲੇ ਤੇ ਸੀਗਾ, ਗਵਰਨਮੈਂਟ ਤੋਂ BBMB 'ਚ ਉੱਥੇ ਹਾਸਲ ਕਰ ਲਈ ਹੈ ਇੱਕ ਲੈਵਲ ਦੀ ਸਫਲਤਾ, ਇੱਕ ਟਾਈਪ ਦੀ। ਤੀਸਰਾ, ਹੁਣ ਉਸੇ ਰੇਸੋ 'ਚ 7.19% ਜਿਹੜਾ ਏਰੀਆ ਚੰਡੀਗੜ੍ਹ ਦੇ ਵਿੱਚ ਜਿਹੜਾ ਸ਼ੇਅਰ ਹੈ ਉਹਨਾਂ ਦਾ ਹਿੱਸਾ ਹੈ, ਇਹਦੀ ਮੰਗ ਮਤਲਬ ਕੰਸਿਸਟੈਂਟ ਇੱਕ ਕਰਕੇ ਲਗਾਤਾਰ ਹੈ। ਜੇ ਸਰਕਾਰ ਬਣੀ ਨੂੰ ਕਿੰਨਾ ਕੁ ਚਿਰ ਹੋਇਆ? ਬਹੁਤ ਥੋੜਾ ਸਮਾਂ ਹੋਇਆ, ਪਰ ਉਹ ਲਗਾਤਾਰ ਇੱਕ ਵਰਤਾਂਤ ਉਧਰ ਨੂੰ ਲੈ ਕੇ ਜਾ ਰਹੇ ਨੇ ਕਿ ਸਾਡਾ ਹਿੱਸਾ ਤੇ ਸਾਨੂੰ ਮਿਲਣਾ ਚਾਹੀਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪੰਜਾਬ ਦਾ ਪੋਲੀਟੀਸ਼ੀਅਨ ਮੈਨੂੰ ਲੱਗਦਾ ਰਿਐਕਟ ਕਰਦਾ ਕੇਵਲ, ਇਹ ਕਿਸੇ ਵੀ ਗੱਲ ਤੇ ਓਫੈਂਸਿਵ ਨਹੀਂ ਹੈ ਕਿ ਮੇਰਾ ਓਰੀਜਨਲ ਥਾਟ ਕੀ ਹੈ, ਮੈਂ ਕੀ ਕਰਨਾ, ਮੈਂ ਕੀ ਮੰਗਣਾ। ਇਹਦੀ ਬਜਾਏ ਕੋਈ ਗਵਰਨਮੈਂਟ ਆਫ ਇੰਡੀਆ ਇੱਕ ਫੈਸਲਾ ਕਰਦੀ ਹੈ, ਅਸੀਂ ਉੱਤੇ ਰਿਐਕਟ ਕਰਦੇ ਹਾਂ। ਕੋਈ ਬਾਹਰਲਾ ਪ੍ਰਾਈਵੇਟ ਬੰਦਾ ਕਰਦਾ, ਅਸੀਂ ਉੱਤੇ ਰਿਐਕਟ ਕਰਦੇ ਹਾਂ। ਕੋਈ ਨਾਲ ਲੱਗਦੀ ਸਰਕਾਰ ਕਰਦੀ ਹੈ, ਅਸੀਂ ਉੱਤੇ ਰਿਐਕਟ ਕਰਦੇ ਹਾਂ। ਮਤਲਬ ਅਸੀਂ ਰਿਐਕਟਿਵ ਫੋਰਸ ਹੋ ਗਏ ਹਾਂ, ਡਿਫੈਂਸਿਵ, ਰੱਖਿਆਤਮਕ, ਕਿ ਆਪਾਂ ਜੇ ਚਲੋ ਆਹ ਨਹੀਂ ਕਰਨਾ। ਪਾਣੀ ਦੇ ਮਾਮਲੇ ਤੇ ਅਸੀਂ ਪਾਣੀ ਨਹੀਂ ਦੇਣਾ ਜੀ, ਇੱਕ ਬਿਆਨ ਦੇ ਦਿੰਦੇ ਹਾਂ। ਆਹ ਮਾਮਲੇ ਤੇ ਆ ਜਿਹੜਾ ਉਹਨੂੰ ਅਚੀਵ ਕਰਨਾ ਹੁੰਦਾ ਗੋਲ ਨੂੰ, ਕਿ ਤੁਹਾਡਾ ਜਿਹੜਾ ਹੱਕ ਚਲਾ ਗਿਆ, ਐ ਲੱਗਦਾ ਵੀ ਜਿਹੜਾ ਚਲਾ ਗਿਆ ਉਹ ਤਾਂ ਹੁਣ ਸਾਡਾ ਨਹੀਂ ਹੈ, ਐ ਮੰਨ ਲਿਆ ਇਹਨਾਂ ਨੇ ਸਾਰਾ ਕੁਝ। ਹੁਣ ਨਵੇਂ ਤੇ ਅਸੀਂ ਕਹੀਏ ਅਸੀਂ ਹੋਰ ਨਹੀਂ ਦੇਣਾ, ਕੇਵਲ ਇੱਥੇ ਤੱਕ ਅਸੀਂ ਮਾਨਸਿਕ ਤੌਰ ਤੇ ਖੜੇ ਦਿਖਾਈ ਦੇ ਰਹੀ ਹੈ ਲੀਡਰਸ਼ਿਪ ਜਿਹੜੀ ਉਸ ਪੱਧਰ ਦੇ ਉੱਤੇ ਹੈ। ਜਿਹੜਾ ਕੈਪੀਟਲ ਸਿਟੀ ਹੁੰਦਾ ਉਹ ਕੇਵਲ ਕਿਸੇ ਇੱਕ ਗੱਲ ਨਹੀਂ, ਮਤਲਬ ਬਹੁਤ ਗੱਲਾਂ ਕਰਕੇ। ਇੱਕ ਤਾਂ ਕੋਈ ਵੀ ਕੈਪੀਟਲ ਸਿਟੀ ਜਦੋਂ ਡਿਵੈਲਪ ਹੁੰਦਾ, ਮੇਰੇ ਖਿਆਲ ਹੈ ਉਹ ਕਿਸੇ ਵੀ ਕਲਚਰ ਦੀ, ਕਿਸੇ ਸਟੇਟ ਦੀ ਰੂਹ ਦੇ ਤੌਰ ਤੇ ਵਿਕਸਿਤ ਹੁੰਦਾ। ਉਹ ਸੈਂਟਰਲ ਇੱਕ ਏਰੀਆ ਹੁੰਦਾ ਜਿਹਦੇ ਇਰਦ ਗਿਰਦ ਚੀਜ਼ਾਂ ਬੁਣੀਆਂ ਜਾਂਦੀਆਂ ਨੇ, ਵਿਕਸਿਤ ਹੁੰਦੀਆਂ ਨੇ, ਤੇ ਜਿਹਦੇ ਨਾਲ ਉਹਦੀ ਪਛਾਣ ਬਣਦੀ ਹੈ। ਲਾਹੌਰ ਖੁੱਸ ਗਿਆ ਪੰਜਾਬ ਚੋਂ, ਉਹ ਮੁੜ ਕੇ ਆਉਣਾ ਹੀ ਨਹੀਂ। ਮਤਲਬ ਜਿੱਡਾ ਘਾਟਾ ਸਾਡੇ ਕਲਚਰ ਨੂੰ, ਸਾਡੇ ਰਵਾਇਤਾਂ ਨੂੰ, ਸਾਡੇ ਪਿਛੋਕੜ ਨੂੰ, ਕਿਉਂਕਿ ਬਹੁਤ ਸੈਂਕੜੇ ਸਾਲਾਂ 'ਚ ਇਵਾਲਵ ਹੁੰਦੀਆਂ ਨੇ ਚੀਜ਼ਾਂ ਜਾ ਕੇ ਉਸ ਪੱਧਰ ਦੇ ਉੱਤੇ, ਉਹ ਘਾਟਾ ਕਦੇ ਪੂਰਾ ਹੋ ਹੀ ਨਹੀਂ ਸਕਦਾ। ਘਾਟਾ ਕਦੇ ਉਹਦਾ ਇਕਨੋਮੀ ਦਾ ਨਹੀਂ ਹੁੰਦਾ, ਘਾਟਾ ਤੁਹਾਡੇ ਮਾਈਂਡ ਸੈਟ ਦਾ ਹੁੰਦਾ, ਤੁਹਾਡੀ ਰੂਹ ਦਾ, ਤੁਹਾਡੀ ਮਾਨਸਿਕ ਡਿਵੈਲਪਮੈਂਟ ਦਾ, ਤੁਹਾਡੇ ਕਲਚਰ ਦੇ ਵਿਕਾਸ ਦਾ, ਤੁਹਾਡੇ ਉਹ ਸੈਂਟਰਲ ਧੁਰਾ ਹਿਲਦਾ ਰੈਗੂਲੇਟਰ ਦਾ, ਉਹ ਬਣਦਾ ਹੀ ਨਹੀਂ ਹੈ ਕਿਤੇ ਜਾ ਕੇ ਉਸ ਪੱਧਰ ਦੇ ਉੱਤੇ। ਉਦੋਂ ਬਾਅਦ ਜੋ ਸ਼ਿਫਟ ਹੁੰਦਾ ਕਲਚਰ ਦੇ ਤੌਰ ਤੇ, ਬੰਬੇ ਫਿਲਮ ਇੰਡਸਟਰੀ ਤੁਸੀਂ ਦੇਖੋ ਕਿੰਨਾ ਰੋਲ ਹੈ ਲਾਹੌਰ ਦਾ, ਦੇ ਲੋਕਾਂ ਦਾ ਜਿਹੜੇ ਉੱਥੋਂ ਗਏ ਵੱਖ-ਵੱਖ ਮਾਮਲਿਆਂ ਦੇ ਵਿੱਚ ਸਾਰੇ ਕਿਤੇ ਹੈ।
ਤੇ ਉਦੋਂ ਬਾਅਦ ਇਹ ਚੰਡੀਗੜ੍ਹ ਵਸਾਇਆ ਇੱਕ ਨਵਾਂ ਸਿਟੀ ਵੀ, ਉੱਥੇ ਜਾ ਕੇ ਚਲੋ ਜੀ ਪੰਜਾਬ ਲਈ ਇਹ ਗੱਲ ਕਰਨੀ। ਤੇ ਉਹ ਵੀ ਲਗਾਤਾਰ ਮੇਰਾ ਖਿਆਲ ਹੈ ਹੁਣ ਪੰਜਾਬੀ ਵੀ ਪਛਤਾਉਂਦੇ ਹੋਣਗੇ ਜਦੋਂ ਜਿਹੜੇ ਪਿੱਛੇ ਜਦੋਂ 66 ਤੋਂ ਪਹਿਲਾਂ ਵੀ 2 ਮਰਦਮਸ਼ੁਮਾਰੀਆਂ ਹੋਈਆਂ ਨੇ 1951 ਤੇ 61 ਦੀ, ਜਦੋਂ ਇੱਕ ਸੈਕਸ਼ਨ ਨੇ ਕੰਪੇਨ ਕਰਕੇ ਚਲਾਇਆ ਕਿ ਮੈਂ ਪੰਜਾਬੀ ਨਹੀਂ ਹਾਂ, ਅਸੀਂ ਪੰਜਾਬੀ ਬੋਲਦੇ ਹੋਏ ਕਿਹਾ ਕਿ ਅਸੀਂ ਪੰਜਾਬੀ, ਇਹਨੂੰ ਦੋ ਭਾਸ਼ੀ ਸੂਬਾ ਐਲਾਨਣਾ ਉਸ ਸਮੇਂ ਦੀ ਗਵਰਨਮੈਂਟ ਆਫ ਇੰਡੀਆ ਦਾ ਰੋਲ ਤਾਂ ਹੈ ਹੀ ਆ, ਪਰ ਸਾਡੀਆਂ ਇੱਥੇ ਦੀਆਂ ਕੁਝ ਸੰਸਥਾਵਾਂ ਦਾ ਵੀ ਰੋਲ ਹੈ ਉਹਦੇ 'ਚ। ਜਦੋਂ ਤੁਸੀਂ ਮਰਨ ਵਰਤ ਵੀ ਰੱਖਦੇ ਹੋ ਉਹਨਾਂ ਗੱਲਾਂ ਦੇ ਉੱਤੇ, ਜਦੋਂ ਤੁਸੀਂ ਉਹਨਾਂ ਗੱਲਾਂ ਦੇ ਉੱਤੇ ਆ ਕੇ ਕੰਪੇਨ ਵੀ ਕਰਦੇ ਹੋ। ਔਰ ਪੰਜਾਬ 'ਚ ਕਿਹੜਾ ਦੋ ਭਾਸ਼ੀਆ ਸੂਬਾ ਚੀਜ਼ਾਂ ਸੀ ਜੀ ਇਹ, ਕਿੰਨੇ ਦੂਰ ਤੱਕ ਲੈ ਕੇ। ਫਿਰ ਜੇ ਇਹ ਬਚਾਉਣਾ ਸੀ ਤਾਂ ਬਚ ਸਕਦਾ ਸੀ। ਇਹ ਮਤਲਬ ਖੇਤਰੀ ਕੌਂਸਲਾਂ ਵੀ 2 ਬਣ ਗਈਆਂ ਸੀ, ਉੱਥੇ ਸਹਿਮਤੀ ਵੀ ਹੋ ਗਈ ਆਪਸ ਦੇ ਵਿੱਚ ਵੀ ਜਿਹੜਾ ਹਿੰਦੀ ਵਾਲਾ ਬੈਲਟ ਹੋਏਗੀ ਥੋੜੀ ਜਿਹੀ ਉੱਥੇ ਦੇਵਨਾਗਰੀ ਚੱਲ ਜੇ ਕੋਈ ਗੱਲ ਨਹੀਂ, ਪਰ ਦੂਜਾ ਪੰਜਾਬੀ ਗੁਰਮੁਖੀ ਵਾਲਾ ਏਰੀਆ ਹੋਏਗਾ ਔਰ ਉਹ ਪੰਜਾਬ ਹੈ ਜੇ ਜੈਨੂਅਨਲੀ ਪੰਜਾਬ ਇਕੱਠਾ ਹੋਏਗਾ, ਪੰਜਾਬ ਇਕੱਠਾ ਰਹਿ ਵੀ ਸਕਦਾ ਉਸ ਸਾਰੇ ਮਾਮਲੇ ਦੇ ਵਿੱਚ। ਉਹ ਵੀ ਇੱਕ ਮਤਲਬ ਅਰੇਂਜਮੈਂਟ ਹੋਇਆ ਸੀ ਵਿੱਚ ਜਾ ਕੇ, ਪਰ ਉਹ ਅਰੇਂਜਮੈਂਟ ਵੀ ਤੋੜ ਦਿੱਤਾ ਗਿਆ ਕਿ ਨਹੀਂ ਇਹ ਵੀ ਨਹੀਂ ਹੋਏਗਾ ਕਿਸੇ ਵੀ ਰੂਪ 'ਚ। ਫਿਰ ਹੁਣ ਅਸੀਂ ਕਿੰਨਾ ਚਿਰ ਆਰਜੀ, ਜਦੋਂ ਡਿਸੈਸਿਵ ਨਾ ਹੋਵੇ ਕੋਈ ਚੀਜ਼, ਫੈਸਲਾ ਕੋਈ ਨਾ ਹੋਵੇ, ਫੈਸਲਾ 2 ਦਿਨ ਨਾ ਹੋਵੇ, 4 ਦਿਨ ਨਾ ਹੋਵੇ, 10 ਦਿਨ ਨਾ ਹੋਵੇ, ਮੰਨਿਆ। ਜਦੋਂ ਸਾਲਾਂ ਬੱਧੀ ਫੈਸਲੇ ਨਾ ਹੋਣ ਤਾਂ ਉਹ ਚੀਜ਼ ਲਟਕਦੀ ਰਹਿੰਦੀ ਹੈ, ਉਹ ਚੀਜ਼ ਦਾ ਕੋਈ ਵਜੂਦ ਹੋਂਦ 'ਚ ਨਹੀਂ ਆਉਂਦਾ, ਤਾਂ ਡਿਵੈਲਪਮੈਂਟ ਕਿਵੇਂ ਹੋਣੀ ਹੈ। ਤੇ ਡਿਵੈਲਪਮੈਂਟ ਦੇ ਆਸਰੇ ਇਹ ਵੀ ਹੈ ਕਿ ਚੰਡੀਗੜ੍ਹ ਵਰਗਾ ਸੂਬਾ ਸਿਟੀ ਤੁਸੀਂ ਵਸਾਤਾ, ਪੰਜਾਬ ਦਾ ਅੱਧਾ ਪੰਜਾਬ ਉੱਥੇ ਆ ਕੇ GST ਦਿੰਦਾ, ਵੱਖ-ਵੱਖ ਮਾਲਾਂ ਦੇ ਵਿੱਚ ਵੱਖ-ਵੱਖ ਉਹ 'ਚ ਜਿਹੜਾ ਪੈਸਾ ਉੱਥੇ ਜਾ ਰਿਹਾ GST ਦਾ ਵਿੱਚ, ਤਾਂ ਉਹ ਕਿੰਦੇ ਖਰਚ ਹੁੰਦਾ? ਉਹ ਕਹਿੰਦੇ ਜੀ ਡਿਊਟੀ ਕਮਾਲ ਦੀ ਗੱਲ ਹੈ, ਡਿਊਟੀ ਦਾ ਏਰੀਆ ਹੋ ਗਿਆ, ਆ ਹੋ ਗਿਆ, ਤਾਂ ਉਹ ਡਿਵੈਲਪਮੈਂਟ ਦਾ ਪੈਸਾ ਡਰੇਨ ਉੱਥੇ ਹੋ ਗਿਆ, ਜਾ ਕੇ ਉੱਥੇ ਕਬਜ਼ਾ ਕੇਂਦਰ ਕਰੀ ਬੈਠਾ। ਤੇ ਕਬਜ਼ੇ ਦੇ ਰੂਪ ਦੇ ਵਿੱਚ ਜੋ ਪੈਸਾ ਉਹਦੇ ਚ ਆਉਂਦਾ, ਜੋ ਯੂਨੀਅਨ ਬਾਈਟ ਚੋਂ ਆਉਂਦਾ, ਬਾਈਟ ਤਾਂ ਯੂਨੀਅਨ ਸਰਕਾਰ ਬਣਾਉਂਦੀ ਹੈ ਉੱਤੇ ਜੋ ਵੀ ਚੀਜ਼ਾਂ ਕਰਨੀਆਂ ਨੇ। ਇਸ ਕਰਕੇ ਚੰਡੀਗੜ੍ਹ ਦੇ ਏਡੇ ਏਡੇ ਪਾਰਕਾਂ ਦੀ ਮੇਨਟੇਨੈਂਸ, ਬਾਕੀ ਚੀਜ਼ਾਂ ਦੀ, ਉਹ ਪੰਜਾਬ ਦੇ ਚੂਰ ਭੂਨ ਚੋਂ ਵੀ ਆਉਂਦੀ ਹੈ। ਉਹਦੇ ਚੋਂ ਸਾਰੀਆਂ ਚੀਜ਼ਾਂ ਨਾ ਜਿਹੜੀਆਂ ਲੋਕ ਟੈਕਸ ਪੇ ਕਰਦੇ ਨੇ ਉਹਨਾਂ ਕਰਕੇ ਜਾਂਦੀ ਹੈ। ਤਾਂ ਪੰਜਾਬ ਦੀ ਜਾਨ ਨਿਕਲਦੀ ਹੋਇਆ ਪੰਜਾਬ ਦੇ ਪਿੰਡ 'ਚ ਪਾਰਕ, ਪੰਜਾਬ ਦੇ ਛੋਟੇ ਸ਼ਹਿਰਾਂ 'ਚ ਪਾਰਕ ਬਣਨਗੇ, ਜੇ ਕਿੱਥੋਂ ਬਣਨਗੇ? ਡਰੇਨ ਹੋ ਰਹੀ ਹੈ ਕੈਪੀਟਲ, ਪੰਜਾਬ ਦੀ ਕੈਪੀਟਲ ਵਿਦੇਸ਼ਾਂ ਲਈ ਡਰੇਨ ਹੋ ਰਹੀ ਹੈ, ਪੰਜਾਬ ਦੀ ਕੈਪੀਟਲ ਆਪਣੀ ਸਟੇਟ 'ਚ ਡਰੇਨ ਹੋ ਰਹੀ ਹੈ ਡਿਊਟੀ ਕਰਕੇ ਵੱਖ-ਵੱਖ ਮਾਮਲਿਆਂ 'ਚ। ਇਸ ਲਈ ਇਹ ਸਟੇਟ ਬਹੁਤ ਜ਼ਿਆਦਾ ਉਸ ਪੱਧਰ ਤੇ, ਹਾਂ ਹਰਿਆਣੇ ਦੀ ਤਾਂ ਆਪਾਂ ਗੱਲ ਕੀਤੀ ਕਿਉਂਕਿ ਤਾਂ NRC 'ਚ ਆ ਗਿਆ, ਉਹਦੇ 'ਚ ਆ ਗਿਆ, NCR 'ਚ ਨੈਸ਼ਨਲ ਕੈਪੀਟਲ ਰੀਜਨ 'ਚ ਆ ਗਿਆ ਕਿ ਨਹੀਂ ਏਰੀਆ ਉਹਦਾ, ਉਹ ਸਾਰੇ ਮਾਮਲੇ ਦੇ ਵਿੱਚ ਉੱਥੇ ਤੱਕ ਚਲਿਆ ਜਾਂਦਾ ਉਹ ਸਾਰਾ ਸੈਟਅਪ। ਉਹ ਇੱਕ ਹੋਰ ਕੰਡੀਸ਼ਨ ਬਣ ਗਈ ਉਹਦੀ, ਪੰਜਾਬ ਦੀ ਕੰਡੀਸ਼ਨ ਦੂਸਰੇ ਪੱਧਰ ਦੀ ਬਣੀ ਹੋਈ ਹੈ। ਔਰ ਹੁਣ ਜਦੋਂ ਇੱਕ ਧਿਰ ਹੋ ਗਈ, ਜਦੋਂ ਰਾਜਧਾਨੀ ਬਣੀ, ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਆਇਆ, ਤਾਂ ਮੁਲਾਜ਼ਮਾਂ ਸਮੇਤ ਤੇ ਸਾਰੇ ਅਸੈਟਸ ਵੰਡੇ ਕਾਹਦੇ ਦੇ ਗਏ? 60 ਤੇ 40 ਦੀ ਰੇਸ਼ੋ 'ਚ। 60% ਪੰਜਾਬ ਦਾ, ਉਸ ਰੇਸ਼ੋ ਨਾਲ ਵੀ 40 ਹਰਿਆਣੇ ਦਾ। ਤਾਂ ਨਵੀਂ ਡਿਵੈਲਪਮੈਂਟ ਤੇ 7.19 ਹਿਮਾਚਲ ਦੀ ਇੰਟਰਵੈਂਸ਼ਨ ਕਿਵੇਂ ਹੁੰਦੀ ਹੈ ਉਸ ਸਾਰੇ ਮਾਮਲੇ ਦੇ ਵਿੱਚ? ਤੇ ਉਹ ਇੱਕ ਨਵਾਂ ਇੱਕ ਗੱਲ ਉਦੋਂ ਬਾਅਦ ਅੱਗੇ ਕਿਵੇਂ ਵੱਧਦੀ ਹੈ ਸਾਰੇ ਮਾਮਲੇ 'ਚ? ਇਹ ਸਾਰੇ ਡਿਬੇਟੇਬਲ ਸਵਾਲ ਨੇ ਜਿਹੜੇ ਜਦੋਂ ਤੁਸੀਂ ਇੱਕ ਵਾਰ ਕਹਿੰਦੇ ਹੋ ਉਦੋਂ ਰਾਈਟ ਨਹੀਂ ਰੱਖਦੇ, ਤੇ ਉਦੋਂ ਅੱਗੇ ਜਾ ਕੇ ਤੁਸੀਂ ਉਸ ਰਾਈਟਸ ਨੂੰ ਤਸਲੀਮ ਕਰਦੇ ਹੋ ਕਿ ਇਹ ਗੱਲਾਂ ਠੀਕ ਨੇ, ਤਾਂ ਚਲਦੀਆਂ ਚਲਦੀਆਂ ਉਧਰ ਜਾਣਗੀਆਂ, ਤਾਂ ਪੰਜਾਬ ਵੱਲ ਕੁਝ ਨਹੀਂ ਆਏਗਾ ਨਾ ਜਾਏਗਾ। ਇਸੇ ਲਈ ਸਮੁੱਚਤਾ ਦੇ ਵਿੱਚ ਪੰਜਾਬ ਦੇ ਨਾਲ ਸਮਝੌਤੇ ਵੀ ਬਣੀ ਹੋਏ। 26 ਜਨਵਰੀ 1986 ਨੂੰ ਵੀ ਪੰਜਾਬ 'ਚ ਬੋਰਡ ਲੱਗੇ ਕਿ ਮਿਲ ਜੂਗਾ ਜੀ, ਮਿਲ ਜੂਗਾ, ਚੰਡੀਗੜ੍ਹ ਪੰਜਾਬ ਨੂੰ ਮਿਲ ਜੂਗਾ। ਔਰ ਚੰਡੀਗੜ੍ਹ ਦੇ ਨਾਂ ਲੈਣ ਤੇ ਇੱਥੇ ਮੋਰਚਾ ਲੱਗਿਆ, ਚੰਡੀਗੜ੍ਹ ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ। ਲੋਕਾਂ ਨੂੰ ਅਰੈਸਟ ਹੁੰਦਾ ਸੀ, ਇਕੱਲਾ ਨਾਮ ਲੈਣ ਤੇ, ਨਾਰਾ ਲਾਉਣ ਤੇ ਮਤਲਬ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ ਨੇ ਉਸ ਮਾਮਲੇ 'ਚ। ਔਰ ਸਭ ਤੋਂ ਲੇਟੈਸਟ ਤੁਹਾਡੇ ਸਾਹਮਣੇ ਹੈ ਕਿ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਚੋਂ ਬਣਿਆ ਤੇਲੰਗਾਨਾ, ਤੇ ਤੇਲੰਗਾਨਾ ਦੀ ਸਟੇਟ ਨੂੰ ਉਹ ਜਿਹੜਾ ਕੈਪੀਟਲ ਸਿਟੀ ਹੈਦਰਾਬਾਦ ਹੈ ਤੇ ਅਮਰਾਵਤੀ ਆਂਧਰਾ ਪ੍ਰਦੇਸ਼ ਦੇ ਕੋਲ ਹੈ। ਉਹਨੇ ਆਪਣੀ ਬਣਾ ਲਈ ਕੈਪੀਟਲ, ਉਹਨੂੰ ਪੈਸੇ ਦਿੱਤੇ, ਜੋ ਵੀ ਮਰਜ਼ੀ, ਰੌਲਾ ਪਾਇਆ ਹੀ ਨਹੀਂ। ਉਹੀ ਸਰਕਾਰਾਂ ਨੇ ਨਾ, ਫਿਰ ਕਿਉਂ ਰੌਲਾ ਨਹੀਂ ਪਾਇਆ? ਤਾਂ ਇੱਥੇ ਰੌਲਾ ਕਿਉਂ ਪਾਇਆ ਇੰਨੇ ਲੰਬੇ ਸਮੇਂ ਦਾ? ਕੀ ਵਜ੍ਹਾ ਹੈ ਸਪੈਸ਼ਲ ਜਿਹਦੇ ਕਰਕੇ ਤੁਸੀਂ ਇੱਥੇ ਚਾਹੁੰਦੇ ਹੋ ਕਿ ਐਵੇਂ ਲਿੰਗ ਰਾਉਂਡ ਹੁੰਦਾ ਰਹੇ, ਐਵੇਂ ਲਟਕਦਾ ਰਹੇ? ਇਹ 'ਚ ਗਵਰਨਮੈਂਟ ਆਫ ਇੰਡੀਆ ਦਾ ਰੋਲ ਵੀ ਬੇਹੱਦ ਪੱਖਪਾਤੀ ਨਜ਼ਰ ਆ ਰਿਹਾ। ਇਹ 'ਚ ਸਾਡੀ ਲੀਡਰਸ਼ਿਪ ਦੀ ਕਚਿਆਈ ਜਿਹੜੀ ਹੈ ਉਹ ਵੀ ਦਿਖਾਈ ਦੇ ਰਹੀ ਹੈ ਕਿ ਅਸੀਂ ਕੰਸਿਸਟੈਂਟ ਨਹੀਂ ਆ ਕਿਸੇ ਚੀਜ਼ ਨੂੰ ਅੱਗੇ ਵਧਾਉਂਦੇ ਹੋਏ। ਪਹਿਲਾਂ ਕਾਂਗਰਸ ਸੀ, ਉਦੋਂ ਬਾਅਦ ਤਾਂ ਬੀਜੇਪੀ ਤੇ ਅਕਾਲੀਆਂ ਨੇ ਵੀ ਲਗਾਤਾਰ ਰਾਜ ਕੀਤਾ, ਰੂਲ ਕੀਤਾ। ਉੱਥੇ ਪਹਿਲਾਂ ਵਾਜਪਾਈ ਸਾਹਿਬ ਵੇਲੇ ਵੀ 6 ਸਾਲ, ਤੇ ਉਦੋਂ ਬਾਅਦ ਮੋਦੀ ਵੇਲੇ ਵੀ ਕਿੰਨੇ ਵਾਰ। ਮਤਲਬ ਕਿਸੇ ਵੀ ਸਰਕਾਰ 'ਚ ਏਜੰਡਾ, ਜੇਕਰ ਜਿਹੜੀ 77 ਦੀ ਗਵਰਨਮੈਂਟ ਸੀ, ਫਿਰ ਉਦੋਂ ਵੀ ਪਹਿਲਾਂ ਜਨਤਾ ਪਾਰਟੀ ਦੀ ਬਣੀ ਸੀ, ਉਹ 2.5 ਸਾਲਾਂ ਦੇ ਵਿੱਚ
ਮੁਰਾਰਜੀ ਦੇਸਾਈ ਜਦੋਂ ਸੀ ਤੇ ਉਦੋਂ ਕਿਉਂ ਨਹੀਂ ਅਸੀਂ ਇਹ ਮਾਮਲੇ ਹੱਲ ਕਰ ਪਾਏ? ਐਡੇ ਵੱਡਾ ਅੰਦੋਲਨ ਸੀ, ਐਡੀਆਂ ਵੱਡੀਆਂ ਚੀਜ਼ਾਂ ਸੀ, ਉਦੋਂ ਤਾਂ ਤੁਹਾਡੇ ਨਾਲ ਸੀ। ਇਸ ਲਈ ਪਹਿਲ ਕਦਮੀਆਂ ਸੱਤਾ ਚ ਆ ਕੇ ਸਾਡੇ ਵੱਲੋਂ ਨਹੀਂ ਹੋ ਰਹੀਆਂ, ਅੱਖਾਂ ਮੀਚੀਆਂ ਨੇ, ਤੇ ਉਹ ਸਾਨੂੰ ਫਿਰ ਪਰੇਸ਼ਾਨ ਹੀ ਨਹੀਂ ਕਰਨਗੀਆਂ। ਇਕੱਲਾ ਜਿਹੜਾ ਡੇ ਟੂ ਡੇ ਬੇਸ ਤੇ ਲਾਸ ਤੇ ਇਨ ਦੀ ਲੌਂਗ ਰਨ ਵੀ ਪੰਜਾਬ ਦੇ ਵਿੱਚ ਕੋਈ ਹੱਬ ਐਸ ਦੀ ਕ੍ਰੀਏਟ ਕਰਨ ਦੀ ਬੜੀ ਵੱਡੀ ਇੱਕ ਪ੍ਰੋਬਲਮ ਆਏਗੀ। ਔਰ ਇੱਕ ਜ਼ਮਾਨਾ ਇਹੋ ਜਿਹਾ ਆਉਣਾ ਹੈ ਹੌਲੀ ਹੌਲੀ ਥੋੜੇ ਚਿਰ ਚ, ਕਿਉਂਕਿ ਜਿਹੜੇ ਲੋਕ ਡਿਊਟੀ ਚ ਰਹਿ ਰਹੇ ਨੇ ਹੁਣ, ਉਹਨਾਂ ਦੀ ਇੱਕ ਤਾਂ ਡੈਮੋਗ੍ਰਾਫੀ ਵੀ ਤਬਦੀਲ ਹੋ ਰਹੀ ਹੈ ਲਗਾਤਾਰ। ਕਿਉਂਕਿ ਜਿਹੜਾ ਆਪਾਂ ਕਹਿੰਦੇ ਪਹਿਲਾਂ ਪੰਜਾਬੀ 60% ਤੋਂ ਜ਼ਿਆਦਾ ਜਾਂ 80% ਪੰਜਾਬ ਦੇ ਪਿੰਡਾਂ ਨੂੰ, ਹੁਣ ਤਾਂ ਕੋਈ ਵੀ ਆ ਕੇ ਵਸਦਾ ਹੈ ਨਾ, ਤੇ ਵੋਟ ਕਲਚਰ ਹੈ। ਵੋਟ ਕਲਚਰ ਚ ਜਦੋਂ ਆਬਾਦੀ ਦਾ ਪ੍ਰੋਫਾਈਲ ਬਦਲਦਾ ਹੈ ਤਾਂ ਕੱਲ ਨੂੰ ਜਾ ਕੇ ਜੇ ਵੀ ਕਹਿੰਦੇ ਵੀ ਰੈਫਰੈਂਡਮ ਕਰਾ ਲਓ ਜੀ, ਵੋਟਾਂ ਪਵਾ ਲਓ, ਉਦੋਂ ਬਾਅਦ ਉਹ ਵਜੂਦ ਵੀ ਨਹੀਂ ਬਚਣਾ ਜਿਹੜਾ ਕਿਸੇ ਸਮੇਂ ਸੀ ਨਾ, ਵੋਟਾਂ ਪਵਾ ਲਓ ਪੰਜਾਬੀ ਨੇ ਕਿ ਨਹੀਂ। ਤੇ ਦੂਸਰੀ ਗੱਲ, ਜਿਹੜੀ ਇੱਕ ਸੋਹਲ ਮਿਡਲ ਕਲਾਸ ਡਿਵੈਲਪ ਹੋ ਗਈ ਹੈ ਸਾਡੇ, ਜਿਹਦਾ ਸਿਧਾਂਤ ਨਾਲ, ਜਿਹਦਾ ਓਵਰਆਲ ਸਰੋਕਾਰ ਨਹੀਂ ਬਚਿਆ ਕਿਸੇ ਮਿੱਟੀ ਨਾਲ, ਕਿਸੇ ਪਿਛੋਕੜ ਨਾਲ, ਕਿਸੇ ਸੱਭਿਆਚਾਰ ਨਾਲ, ਉਹ ਆਪਣੀ ਮਤਲਬ ਥੋੜਾ ਬਹੁਤ ਆਪਣੇ ਲਈ ਉਹ ਦੇਖਦੀ ਹੈ ਕਿ ਕਿੱਥੇ ਉਹਨੂੰ ਫਾਇਦਾ ਹੈ, ਕਿੱਥੇ ਸੁੱਖ ਜ਼ਿੰਦਗੀ ਹੈ, ਕਿਸੇ ਬਾਕੀ ਹੈ। ਉਹ ਵੀ ਮੈਨੂੰ ਤਾਂ ਲੱਗਦਾ 80% ਕਿਤੇ ਡਿਊਟੀ ਦੇ ਹੱਕ ਚ ਨਾ ਵੋਟ ਪਾ ਦੇ ਜਿਹੜੇ ਬਾਕੀ ਨੇ, ਕਿਉਂਕਿ ਸਾਡਾ ਨਜ਼ਰੀਆ ਬਦਲਿਆ ਹੋਇਆ ਇਹਨਾਂ ਚੀਜ਼ਾਂ ਦੇ ਪ੍ਰਤੀ। ਅਸੀਂ ਪੇਨ ਲੈਣ ਲਈ ਨਹੀਂ ਤਿਆਰ, ਚਾਹੇ ਉਹਦੇ ਤੇ ਪੇਨ ਵੀ ਆ ਜਾਏ। ਜਿਹੜੇ ਲੋਕ ਜਜ਼ਬਾਤ ਦੀ ਗੱਲ ਕਰਦੇ ਨੇ ਤਾਂ ਪੇਨ ਲੈਂਦੇ ਨੇ ਸਰੀਰਾਂ ਦੇ ਉੱਤੇ, ਅਸੀਂ ਪੇਨ ਦੀ ਬਜਾਏ ਸੁਖਦ ਲਾਈਫ ਦੇ ਵੱਲ ਪ੍ਰਭਾਵਿਤ ਆ ਕਿ ਉਧਰ ਨੂੰ ਜਾਣਾ ਤੇ ਉਧਰ ਨੂੰ ਨਹੀਂ। ਤਾਂ ਇਸ ਕਰਕੇ ਚਾਰ ਸਫੇਰੇ ਤੋਂ ਇੱਕ ਕਮਜ਼ੋਰੀ, ਇੱਕ ਵੀਕਨੈਸ ਦਿਖਾਈ ਦੇ ਰਹੀ ਹੈ। ਤੇ ਉਹ ਜਿਹੜੀ ਕਮਜ਼ੋਰੀ ਨੂੰ ਕਿਵੇਂ ਹੱਲ ਕਰਨਾ, ਕਿਹਨੇ ਡੀਲ ਕਰਨਾ। ਪਹਿਲਾਂ ਇਦੋਂ ਪਹਿਲਾਂ ਨਾ ਗਵਰਨਰ ਐਡਰੈਸਾਂ 'ਚ ਘੱਟੋ ਘੱਟ ਆ ਜਾਂਦਾ ਹੁੰਦਾ ਸੀ। ਜਦ ਗਵਰਨਰ ਐਡਰੈਸ ਦੇ ਵਿੱਚ ਚੰਡੀਗੜ੍ਹ ਪੰਜਾਬ ਲਈ ਸਰਕਾਰ ਜ਼ੋਰ ਲਾਊਗੀ, ਇੱਕ ਫਾਰਮੈਲਿਟੀ ਚੱਲਦੀ ਰਹੀ। ਹੁਣ ਤਾਂ 7-8 ਸਾਲਾਂ ਤੋਂ ਫਾਰਮੈਲਿਟੀ ਵੀ ਖਤਮ ਹੈ। ਕੱਲਾ ਇਹਨਾਂ ਨੇ ਕੀਤੀ, ਇਦੋਂ ਪਹਿਲਾਂ ਵੀ ਹੋ ਗਈ, ਹੁਣ ਉਹ ਗਵਰਨਰ ਐਡਰੈਸ 'ਚ ਵੀ ਖਤਮ ਹੋ ਗਿਆ ਮਾਮਲਾ ਇਸ ਪੱਧਰ ਦੇ ਉੱਤੇ। ਰਸਮ ਨਿਭਾਈ ਵੀ ਜਦੋਂ ਖਤਮ ਹੋਣ ਲੱਗ ਜੇ ਤਾਂ ਫਿਰ ਉੱਥੇ ਕਲੇਮ ਕਿਹਨੇ ਕਰਨਾ? ਉਮੀਦ ਇਹ ਕੀਤੀ ਜਾਣੀ ਚਾਹੀਦੀ ਕਿ ਕਲੇਮ ਹੋਣਾ ਚਾਹੀਦਾ। ਕਲੇਮ ਕਰੇਗਾ ਕੌਣ? ਪੋਲੀਟੀਕਲ ਕਲਾਸ ਕਰਦੀ ਨਜ਼ਰ ਨਹੀਂ ਆ ਰਹੀ। ਜਾਂ ਤਾਂ ਫਿਰ ਲੋਕਾਂ ਦੇ ਵਿੱਚੋਂ ਕੋਈ ਹੋਰ ਮੂਵਮੈਂਟ ਹੋਏ ਤੇ ਕੋਈ ਲੋਕਾਂ ਨੂੰ ਲੈ ਕੇ ਚੱਲਣ, ਕਲੇਮ ਹੋਰ ਤੱਕ ਤੋਂ ਦਿਖਾਈ ਨਹੀਂ ਦਿੰਦਾ। ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਜਦੋਂ ਪੰਜਾਬ ਦੇ ਰਾਜਪਾਲ ਉਹ ਪ੍ਰਸ਼ਾਸਕ ਹੋਣਾ ਜ਼ਿਆਦਾ ਤਰਜੀਹੀ ਤੌਰ ਤੇ ਮੰਨਣ, ਤੇ ਫਿਰ ਇਹਦੀ ਗੱਲ ਕੌਣ ਕਰੂਗਾ? ਇੱਥੇ ਤਰਾਸਦੀ ਇਹ ਆ ਕਿ ਸਾਡੇ ਜਿਹੜੇ ਲੋਕ ਆ ਉਹ ਚੰਡੀਗੜ੍ਹ ਦੇ ਆਸ-ਪਾਸ ਨਿਊ ਚੰਡੀਗੜ੍ਹ, ਮੋਹਾਲੀ, ਜ਼ੀਰਕਪੁਰ ਵਸਦੇ ਜਾਂਦੇ ਆ, ਤੇ ਜਿਹੜੇ ਲੋਕ ਬਾਹਰੋਂ ਕੰਮਕਾਜ ਲਈ ਆਉਂਦੇ ਆ ਉਹਨਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਦੇ ਏਰੀਏ ਦੇ ਵਿੱਚ ਨਵੇਂ-ਨਵੇਂ ਫਲੈਟ ਬਣਾ ਕੇ ਵਸਾਈ ਜਾਂਦਾ। ਜਿਹੜੇ ਪਹਿਲਾਂ ਝੁੱਗੀ ਝੌਂਪੜੀਆਂ 'ਚ ਆਉਂਦੇ, ਫਿਰ ਉਹ ਹੌਲੀ-ਹੌਲੀ ਉਹਨਾਂ ਨੂੰ ਸਸਤੇ ਰੇਟਾਂ ਤੇ ਫਲੈਟ ਦਿੱਤੇ ਜਾਂਦੇ ਆ, ਉਹ ਵੋਟਰ ਬਣ ਜਾਂਦੇ ਆ। ਕੱਲ ਨੂੰ ਜੇ ਰਾਏਸ਼ੁਮਾਰੀਆਂ ਵਰਗਾ ਕੋਈ ਦੌਰ ਆਵੇ ਤੇ ਕੁਦਰਤੀ ਤੌਰ ਤੇ 10% ਪੰਜਾਬੀ ਨਹੀਂ ਹੋਣਗੇ। ਖੈਰ, ਮੈਂ ਇਸ ਗੱਲ ਨੂੰ ਸਿਰਫ ਇਵੇਂ ਵੀ ਲੈ ਕੇ ਅੱਗੇ ਵਧੂੰਗਾ ਕਿ ਜਦੋਂ ਹਰਿਆਣੇ ਦੇ ਮੁੱਖ ਮੰਤਰੀ ਇਸ ਖਿੱਤੇ ਦੇ ਰਾਜਾਂ ਦੀ ਇੱਕ ਮੀਟਿੰਗ ਜਿਹੜੀ ਰਾਜਸਥਾਨ ਦੇ ਵਿੱਚ ਹੁੰਦੀ ਆ, ਤੇ ਉੱਥੇ ਦੇਸ਼ ਦੇ ਗ੍ਰਹਿ ਮੰਤਰੀ ਕੋ ਮੰਗ ਕਰਦੇ ਆ, ਸਾਡੀ ਵਿਧਾਨ ਸਭਾ ਛੋਟੀ ਹੈ, ਸਾਨੂੰ ਵਿਧਾਨ ਸਭਾ ਲਈ ਚੰਕ ਦੇ ਦਿਓ 10 ਏਕੜ ਦਾ। ਤੇ ਸਾਡੇ ਮੁੱਖ ਮੰਤਰੀ ਹੌਲੀ ਜੀ ਕਹਿ ਦਿੰਦੇ ਆ ਜਿੱਦਾਂ ਨਾ ਕੋਈ ਸ਼ਰੀਕ ਤੁਹਾਡੇ ਤੋਂ ਮੰਗ ਰਿਹਾ ਹੋਵੇ ਕਿ ਆ ਮੈਨੂੰ ਹਿੱਸਾ ਦਿਓ, ਤੇ ਅਸੀਂ ਕਿ ਸਾਨੂੰ ਵੀ ਸਾਡੇ ਘਰ ਚੋਂ ਹੀ ਚਾਹੀਦਾ। ਸੋ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਵੀ ਜੇ ਇਹਨਾਂ ਨੂੰ ਚਾਹੀਦਾ ਫਿਰ ਸਾਨੂੰ ਵੀ ਚਾਹੀਦਾ। ਸੋ ਸਵਾਲ ਸਾਡੀ ਅਪਰੋਚ ਦਾ ਵੀ ਹੈ ਕਿ ਅਸੀਂ ਪਹਿਲਾਂ ਮਸਲਿਆਂ ਨੂੰ ਸਮਝਦੇ ਹਾਂ ਕਿ ਨਹੀਂ ਸਮਝਦੇ, ਰਿਐਕਟ ਜ਼ਿਆਦਾ ਕਰਨ ਲੱਗਦੇ ਹਾਂ, ਲੜਨਾ ਭੁੱਲ ਗਿਆ। ਮੈਂ ਇਹਦੇ 'ਚ ਆਖਰੀ ਗੱਲ ਸਰਦਾਰ ਜਗਤਾਰ ਸਿੰਘ ਜੀ ਤੁਹਾਡੇ ਕੋਲ 1 ਮਿੰਟ ਦੀ ਲੈਣਾ ਚਾਹੂੰਗਾ ਕਿ ਜੇ ਅੱਜ ਦੀ ਸਥਿਤੀ ਦੇ ਵਿੱਚ ਪੰਜਾਬ ਵੱਲੋਂ ਇਸ ਮੁੱਦੇ ਨੂੰ ਮੁੜ ਕੇ ਅੱਗੇ ਵਧਾਉਣਾ ਹੋਵੇ, ਸਾਡੇ ਕੋਲ ਬਚਿਆ ਕੌਣ ਆ? ਪੰਜਾਬ ਦੀ ਸਰਕਾਰ ਕਿਸੇ ਪੱਧਰ ਤੇ ਜਿਹਨੂੰ ਉਠਾਉਣਾ ਚਾਹਵੇ ਕਿੰਜ ਉਠਾਵੇ? ਕੀ ਉਹਨਾਂ ਲਈ ਚੰਡੀਗੜ੍ਹ ਰਾਜਧਾਨੀ ਵਜੋਂ ਤਸੱਵਰ ਕਰਨਾ, ਇਹ ਨਹੀਂ ਸੋਚਣਾ ਕਿ ਅਸੀਂ ਸਾਡਾ ਸੈਕਟਰੀਏਟ ਇੱਥੇ ਆ, ਵਿਧਾਨ ਸਭਾ ਇੱਥੇ ਆ, ਸਾਡੀਆਂ ਕੋਠੀਆਂ ਇੱਥੇ, ਕੀ ਇੰਨੇ ਨਾਲ ਤਸੱਲੀ ਆ ਵੀ ਆਪਾਂ ਚੰਡੀਗੜ੍ਹ 'ਚ ਬੈਠੇ ਆ, ਸਾਡੀ ਰਾਜਧਾਨੀ ਆ? ਕਦੇ ਮੁੱਦਾ ਹੀ ਨਹੀਂ ਉੱਠਦਾ। ਜੇ ਅੱਜ ਉੱਠੇ, ਇਹਨੂੰ ਕੌਣ ਉਠਾਵੇ, ਕਿਵੇਂ ਉਠਾਵੇ? ਇੱਕ ਹਲਕੀ ਜਿਹੀ ਟਿੱਪਣੀ। ਪੰਜਾਬ ਸਰਕਾਰ ਨੇ ਕਦੇ ਵੀ ਐਸ ਸੱਚ ਇਸ ਇਸ਼ੂ ਨੂੰ ਉਸ ਜ਼ੋਰਦਾਰ ਤਰੀਕੇ ਨਾਲ ਕਦੇ ਵੀ ਕਿਸੇ ਵੀ ਨੇ ਵੀ ਨਹੀਂ ਉਠਾਇਆ। ਇਹ ਇਸ਼ੂ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਹੀ ਇਹ ਲੜਾਈ ਕੀਤੀ ਸੀਗੀ। ਜਦੋਂ ਮੈਂ ਕਹਿੰਦਾ ਕਿ ਕਿਸੇ ਵੀ ਸਰਕਾਰ ਨੇ, ਉਹਦੇ ਵਿੱਚ ਅਕਾਲੀ ਦਲ ਦੀਆਂ ਸਰਕਾਰਾਂ ਵੀ ਸ਼ਾਮਲ ਹੈ। ਲਾਸਟ ਇੱਕ ਟੈਸਟ ਸੀ ਜਦੋਂ ਪੰਜਾਬ ਅਕਾਡ ਸੰਤ ਲੌਂਗੋਵਾਲ ਤੇ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਦੇ ਵਿੱਚ ਹੋਈ ਸੀਗੀ। ਉਦੋਂ ਚੰਡੀਗੜ੍ਹ 26 ਜਨਵਰੀ 1986 ਨੂੰ ਪੰਜਾਬ ਨੂੰ ਟ੍ਰਾਂਸਫਰ ਹੋਣਾ ਸੀਗਾ। ਕਾਰਡ ਵੀ ਛਪ ਗਏ ਤੇ ਦਿੱਲੀੋਂ ਪ੍ਰੈਸ ਕੋਰ ਵੀ ਆ ਗਈ ਵੀ ਦੇਖਦੇ ਆ
ਬਈ ਚੰਡੀਗੜ੍ਹ ਨੂੰ ਰਾਤ ਨੂੰ 12 ਵਜੇ ਪਹੀਏ ਲੱਗਦੇ ਆ ਕਿ ਨਹੀਂ। ਮੈਂ ਪਹੀਏ ਲੱਗਣ ਦੀ ਗੱਲ ਕਰਦਾ ਹੁੰਦਾ ਸੀ। ਬਈ ਉਹਦੇ 'ਚ ਦੇਖਣਾ ਕੀ ਹੈ, ਸ਼ਹਿਰ ਦੀ ਐਡਮਿਨਿਸਟ੍ਰੇਸ਼ਨ ਬਦਲਣੀ ਹੈ ਤੇ ਬਾਕੀ ਸਾਰਾ ਕੁਝ ਬਦਲਣਾ ਹੈ। ਤੇ 24 ਰਾਤ ਨੂੰ ਰਾਜੀਵ ਗਾਂਧੀ ਦਾ ਫੋਨ ਆ ਜਾਂਦਾ ਸਰਦਾਰ ਬਰਨਾਲਾ ਨੂੰ ਕਿ ਸਾਡੀ ਸਮੱਸਿਆ ਹਰਿਆਣਾ ਹੈ, ਹਰਿਆਣੇ ਦੀ ਇਲੈਕਸ਼ਨ ਆ ਰਹੀ ਹੈ ਤੇ ਆਪਾਂ ਹਾਲੇ ਇਹਨੂੰ ਪੋਸਟਪੋਨ ਕਰਦੇ ਹਾਂ। ਤੇ ਬਰਨਾਲਾ ਸਾਹਿਬ ਬੜੇ ਬੀਬੇ ਬਣ ਕੇ ਚੁੱਪ ਕਰ ਗਏ, ਐਕਸੈਪਟ ਕਰ ਲਿਆ। ਜੇ ਉਦੋਂ ਬਰਨਾਲਾ ਸਾਹਿਬ ਰਿਜ਼ਾਈਨ ਕਰ ਦਿੰਦੇ ਤੇ ਉਦੋਂ ਫਿਰ ਸਿਚੁਏਸ਼ਨ ਹੋਰ ਹੋਣੀ ਸੀਗੀ। ਜਿਸ ਇਸ਼ੂ ਤੇ ਇੰਨੀ ਲੜਾਈ ਲੜੀ ਉਹਦੇ ਵਾਸਤੇ ਫਿਰ ਮੁੜ ਕੇ ਅਸੀਂ ਛੋਟੀ ਜਿਹੀ ਕੁਰਬਾਨੀ ਕਰਨ ਨੂੰ ਵੀ ਤਿਆਰ ਨਹੀਂ ਸੀ। ਉਹ ਦਿਨ ਗਿਆ। ਉਸ ਤੋਂ ਬਾਅਦ ਇਹ ਇਸ਼ੂ ਜਿਹਨੂੰ ਕਹਿੰਦੇ ਨੇ ਵੀ ਖੂਹ ਖਾਤੇ ਪੈ ਗਿਆ, ਉੱਥੇ ਚਲੇ ਗਿਆ। ਹੁਣ ਇਹ ਸਟੇਟਸ ਕੋ ਐਸਾ ਬਣਿਆ ਹੋਇਆ, ਜਿਹੜੀ ਤੁਸੀਂ ਕੀਤੀ ਹੈ ਡੈਮੋਗ੍ਰਾਫਿਕ ਚੇਂਜ, ਇਹ 1961 ਦੀ ਮਰਦਮਸ਼ੁਮਾਰੀ ਆ ਗਿਆ ਸੀਗਾ। ਜਿਹੜੀ ਇੱਥੇ ਲੇਬਰ ਆਈ ਸੀਗੀ ਯੂਪੀ ਚੋਂ ਹਿੰਦੀ ਸਪੀਕਿੰਗ, ਉਹਨੂੰ ਇਨਕਲੂਡ ਕਰ ਲਿਆ ਗਿਆ ਸੀ। ਉਹਦੀ ਗਿਣਤੀ ਬਹੁਤ ਜ਼ਿਆਦਾ ਸੀਗੀ। ਉਹਨੇ 61 ਦੀ ਸੈਂਸਸ ਦਾ ਸਾਰਾ ਰੂਪ ਹੀ ਬਦਲਤਾ। ਉਦੋਂ ਵੀ ਗੱਲ ਚੱਲੀ ਸੀ ਕਿ ਜਿਹੜੀ ਮਾਈਗ੍ਰੈਂਟ ਲੇਬਰ ਹੈ ਉਹਨੂੰ ਇਸ ਸੈਂਸਸ ਦੇ ਵਿੱਚ ਇਸ ਇਸ਼ੂ ਤੇ ਸ਼ਾਮਲ ਨਾ ਕੀਤਾ ਜਾਵੇ, ਲੇਕਿਨ ਗੱਲ ਨਹੀਂ ਮੰਨੀ ਗਈ। ਹੁਣ ਤਾਂ ਗੱਲ ਹੀ ਹੋਰ ਹੈ ਸਾਰੀ। ਹੁਣ ਤਾਂ ਜਿਹੜੇ ਇਹ ਅਕਾਲੀ ਲੀਡਰ ਇਸ ਸ਼ਹਿਰ ਦੇ ਵਿੱਚ ਬੈਠੇ ਹੈ ਨਾ, ਉਹ ਵੀ ਨਹੀਂ ਚਾਹੁੰਦੇ ਕਿ ਇਹਨੂੰ ਪੰਜਾਬ ਵਿੱਚ ਸ਼ਾਮਲ ਕੀਤਾ ਜਾਵੇ। ਗੱਲ ਬੜੀ ਛੋਟੀ ਜੀ ਹੈ। ਇਹ ਮੇਰੇ ਦੋਸਤ ਹਮੀਰ ਸਿੰਘ ਹੋਰੀ ਬੈਠੇ ਹੈ, ਇਹ ਮੈਥੋਂ ਬਹੁਤ ਦੂਰ ਨਹੀਂ ਰਹਿੰਦੇ, ਇਹ ਰਹਿੰਦੇ ਮੁਹਾਲੀ 'ਚ, ਮੈਂ ਚੰਡੀਗੜ੍ਹ ਹੈ। ਤੇ ਜਦੋਂ ਮੈਂ ਇਹਨਾਂ ਦੇ ਏਰੀਏ ਜਾਂਦਾ ਨਾ, ਬਿਨਾਂ ਬੋਰਡ ਪੜ੍ਹਿਆ ਜਦੋਂ ਗੱਡੀ ਐਂਟਰ ਕਰਦੀ ਹੈ ਤੇ ਪਤਾ ਲੱਗ ਜਾਂਦਾ ਵੀ ਮੁਹਾਲੀ 'ਚ ਐਂਟਰ ਕਰ ਗਏ। ਇਹ ਫਰਕ ਹੈ। ਇਹਨੂੰ ਜਿਸ ਢੰਗ ਨਾਲ ਮੇਰੀ ਗੱਲ ਮਰਜ਼ੀ ਲੈ ਲਓ, ਉਹ ਗੱਲ ਵੱਖਰੀ ਹੈ। ਤੁਸੀਂ ਮੁਹਾਲੀ ਘੁੰਮ ਲਓ, ਨਾਲ ਦਾ ਸ਼ਹਿਰ ਹੈ, ਪਾਰਟ ਹੈ ਚੰਡੀਗੜ੍ਹ ਦਾ। ਮੁਹਾਲੀ ਨੂੰ ਚੰਡੀਗੜ੍ਹ ਦੀ ਐਕਸਟੈਂਸ਼ਨ ਪਲਾਨ ਕੀਤਾ ਗਿਆ ਸੀ। ਤੁਸੀਂ ਇੱਕ ਚੱਕਰ ਲਾ ਲਓ ਤਾਂ ਤੁਹਾਨੂੰ ਗੱਲ ਸਮਝ ਆ ਜਾਏਗੀ ਕਿ ਚੰਡੀਗੜ੍ਹ ਦੇ ਲੋਕ ਕਿਉਂ ਚਾਹੁੰਦੇ ਹੈ ਕਿ ਇਹ ਯੂਟੀ ਬਣਿਆ ਰਹੇ। ਇਹ ਬੜਾ ਅਜੀਬ ਜਿਹਾ ਫਿਨਾਮਨਾ ਸਾਰੀ ਗੱਲ ਤੇ ਆ ਕੇ। ਲੇਕਿਨ ਇਹ ਗੱਲ ਜ਼ਰੂਰ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਨੂੰ ਜਾਣਾ ਚਾਹੀਦਾ ਹੈ। ਇਹ ਸ਼ਹਿਰ ਜਿਸ ਸਟੇਟ ਦੀ ਰਾਜਧਾਨੀ ਦੇ ਤੌਰ ਤੇ ਪਲਾਨ ਕੀਤਾ ਗਿਆ ਸੀਗਾ, ਉਸ ਸਟੇਟ ਦਾ ਇੱਥੇ ਹੱਕ ਹੈ। ਹਾਂ, ਇਹ ਬਿਲਕੁਲ ਤੁਸੀਂ ਇੱਕ ਵੱਖਰਾ ਐਂਗਲ ਲਿਆ ਕਿ ਚੰਡੀਗੜ੍ਹ ਦੇ ਲੋਕ ਕਿਉਂ ਨਹੀਂ ਚਾਹੁੰਦੇ ਕਿ ਉਹ ਪੰਜਾਬ ਨਾਲ ਜਾਣ। ਇਹ ਵੀ ਇੱਕ ਬੜਾ ਵੱਡਾ ਪੱਖ ਹੈ ਕਿ ਸਾਡੀ ਅਪਰੋਚ ਉੱਥੇ ਜਿਹੜੇ ਨਿਯਮ ਕਾਇਦੇ ਲਾਗੂ ਹੁੰਦੇ ਆ ਉਹ ਦੋਨੇ ਥਾਵਾਂ ਤੇ ਇੱਕੋ ਨੇ, ਲੇਕਿਨ ਇੰਪਲੀਮੈਂਟੇਸ਼ਨ ਦਾ ਫਰਕ ਹੈ। ਔਰ ਅਸੀਂ ਉੱਥੇ ਬੀਬੇ ਬੱਚੇ ਬਣ ਕੇ ਚੀਜ਼ਾਂ ਮੰਨ ਲੈਂਦੇ ਹਾਂ। ਮੁਹਾਲੀ ਵਾਲੇ ਪਾਸੇ ਆ ਕੇ ਅਸੀਂ ਚੌੜੇ ਹੋ ਜਾਂਦੇ ਹਾਂ ਔਰ ਅਸੀਂ ਮੰਨਦੇ ਨਹੀਂ, ਕਿਉਂਕਿ ਸਾਡੇ ਪਿੱਛੇ ਸਾਡੇ ਸਿਆਸਤਦਾਨਾਂ ਦੀ ਬੈਕ ਆ। ਮੈਂ ਕਿਸੇ ਪੁਲਿਸ ਵਾਲੇ ਨੂੰ ਕੱਖ ਨਹੀਂ ਜਾਣਦਾ, ਮੈਂ ਉੱਥੇ ਬੈਲਟ ਨਹੀਂ ਲਾਉਣੀ, ਮੈਂ ਕਿਧਰੇ ਜਾ ਕੇ ਕੋਈ ਨਿਯਮ ਨਹੀਂ ਮੰਨਣਾ। ਸੋ ਅਸੀਂ ਹੋਰ ਵੀ ਕਈ ਮਾਮਲਿਆਂ 'ਚ ਅਸੀਂ ਗੰਦ ਪਾਉਣ ਤੋਂ ਲੈ ਕੇ ਸਪੀਡ ਤੋਂ ਲੈ ਕੇ ਅਸੀਂ ਹਰ ਮਾਮਲੇ ਦੇ ਵਿੱਚ ਉੱਥੇ ਆਪਣਾ ਤਰੀਕਾ ਵਰਤਦੇ ਹਾਂ। ਮੈਂ ਸਰਦਾਰ ਹਮੀਰ ਸਿੰਘ ਜੀ ਤੁਹਾਡੇ ਵੱਲ ਉਹ ਮਾਮਲੇ ਨੂੰ ਲੈ ਕੇ ਆਉਣਾ, ਪਰ ਪਹਿਲਾਂ ਮੈਂ ਇਹਦੀ ਇੰਟਰੋਡਕਸ਼ਨ ਜਿਹੜੀ ਹੈ ਚਾਹੁੰਦਾ ਹੈ ਕਿ ਸਰਦਾਰ ਜਗਤਾਰ ਸਿੰਘ ਹੋਰਾਂ ਤੋਂ ਸ਼ੁਰੂ ਕਰ ਲਈਏ, ਕਿਉਂਕਿ ਤੁਸੀਂ ਕਾਫੀ ਉੱਥੇ ਵਿਸਥਾਰ ਜਾਣਦੇ ਹੋ, ਵਿਸਥਾਰ ਦਿਓਗੇ ਵੀ। ਸਰਦਾਰ ਜਗਤਾਰ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਬੜੇ ਅਚਨਚੇਤੀ ਰੂਪ ਦੇ ਵਿੱਚ ਕੋਈ ਨਾ ਕੋਈ ਥਰੋ ਕਰਦੇ ਰਹਿੰਦੇ ਵਿਚਾਰ, ਆਪਣਾ ਕੋਈ ਨਾ ਕੋਈ ਫੈਸਲਾ ਜਿਹੜਾ ਟਵਿੱਟਰ ਤੇ ਆ ਕੇ ਦਿੰਦੇ ਆ। ਪਹਿਲਾਂ ਹੁੰਦਾ ਸੀ ਕਿ ਕੈਬਨਿਟ ਦੀ ਮੀਟਿੰਗ ਹੋ ਰਹੀ ਆ, ਖਬਰਾਂ ਆਉਂਦੀਆਂ, ਬੜੇ ਅਹਿਮ ਮੁੱਦੇ ਆ ਰਹੇ, ਏਜੰਡਾ ਬੜਾ ਅਹਿਮ ਆ, ਇਹ ਚੀਜ਼ਾਂ ਆਉਂਦੀਆਂ ਸੀ ਤੇ ਫਿਰ ਇੱਕ ਪ੍ਰੈਸ ਕਾਨਫਰੰਸ ਹੁੰਦੀ ਸੀ। ਅੱਜ ਕੱਲ੍ਹ ਮੁੱਖ ਮੰਤਰੀ ਸਾਹਿਬ ਇੱਕ ਟਵੀਟ ਰਾਹੀਂ ਕਹਿੰਦੇ ਆ ਕਿ ਵੇਰਵੇ ਜਲਦੀ, ਔਰ ਮੈਂ ਕਿਹਾ 10ਵਾਂ 12ਵਾਂ ਟਵੀਟ ਮੈਂ ਉਹਨਾਂ ਦਾ ਵੇਖ ਲਿਆ ਜਦੋਂ ਕਿਸੇ ਵੀ ਨਾਜ਼ੁਕ ਮੁੱਦੇ ਤੇ ਕਹਿੰਦੇ ਵੀ ਆ ਰਹੇ ਆ ਜੀ ਵੇਰਵੇ ਜਲਦੀ। ਤੇ ਅੱਜ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਥਰਮਲ ਪਲਾਂਟ ਖਰੀਦਣ ਜਾ ਰਹੀ ਆ ਤੇ ਵੇਰਵੇ ਜਲਦੀ। ਹੁਣ ਇਹ ਥਰਮਲ ਪਲਾਂਟਾਂ ਦਾ ਰੌਲਾ, ਅਸੀਂ ਰੋਪੜ ਦੀਆਂ ਉਹ ਚਿਮਨੀਆਂ, ਅਸੀਂ ਬਠਿੰਡੇ ਦੀਆਂ ਉਹ ਚਿਮਨੀਆਂ, ਲਹਿਰਾ ਮੁਹੱਬਤ ਦੇ ਜ਼ਿਕਰ, ਇਹ ਸਾਰੀਆਂ ਗੱਲਾਂ ਪੰਜਾਬ ਨੂੰ ਬਣਾਉਣ ਦੇ ਵਿੱਚ ਬਿਜਲੀ ਦਾ ਰੋਲ ਸੀਗਾ, ਪੰਜਾਬ ਨੂੰ ਵਿਕਸਿਤ ਕਰਨ ਦੇ ਵਿੱਚ ਪੰਜਾਬ ਦੇ ਇਹ ਜਿਹੜਾ ਅੱਜ ਕੱਲ੍ਹ ਪਾਵਰਕੌਮ ਹੈ, ਬਿਜਲੀ ਬੋਰਡ ਹੈ, ਇਹਦਾ ਰੋਲ ਸੀ, ਇਹਦੇ ਮੁਲਾਜ਼ਮਾਂ ਦਾ ਰੋਲ ਸੀ। ਥਾਂ ਥਾਂ ਬਿਜਲੀ ਪਹੁੰਚਾਉਣ ਤੋਂ ਲੈ ਕੇ ਹਰ ਚੀਜ਼ ਉਹ ਕਹਿੰਦੇ ਰਹੇ ਸਾਨੂੰ ਨਿੱਜੀ ਸੈਕਟਰ ਦੇ ਨਹੀਂ ਚਾਹੀਦੇ, ਅਸੀਂ ਆਪਣੇ ਚਲਾਉਣੇ ਆ। ਸਿਆਸਤਦਾਨਾਂ ਨੇ ਇੱਕ ਨਾ ਮੰਨੀ, ਅਸੀਂ ਉੱਥੋਂ ਸ਼ਿਫਟ ਪ੍ਰਾਈਵੇਟ 'ਚ ਹੋਏ, ਪ੍ਰਾਈਵੇਟ ਦੇ ਰੌਲੇ ਪਏ, ਕਿਸੇ ਨੇ ਕੰਨ ਨਹੀਂ ਧਰਿਆ। ਹੁਣ ਅਸੀਂ ਫਿਰ ਸ਼ਿਫਟ ਹੋ ਰਹੇ ਹਾਂ, ਅਸੀਂ ਆਪਣਾ ਕਰਾਂਗੇ, ਅਸੀਂ ਹੁੱਬ ਕੇ ਕਹਿੰਦੇ ਹਾਂ ਸਾਡੇ ਕੋਲ ਪਿਛਵਾੜੇ 'ਚ ਕੋਲਾ। ਮੈਨੂੰ ਯਾਦ ਹੈ ਜਸਵੰਤ ਸਿੰਘ ਕਬਲ ਕਹਿੰਦੇ ਹੁੰਦੇ ਸੀ ਕਿ ਸਾਨੂੰ ਇਹਨਾਂ ਖਾ ਜਾਣਾ, ਇਹ ਹਰੀਏ ਤੋਂ ਕੋਲਾ ਆਉਂਦਾ ਓਏ, ਹੌਂਕਦੇ ਨੇ ਖੜੇ ਇਹ ਥਰਮਲ ਪਲਾਂਟ ਓਏ।
ਉਹ ਸਾਨੂੰ ਇਹ ਪ੍ਰਦੂਸ਼ਿਤ ਵੀ ਕਰਦੇ ਆ, ਇਹ ਵੀ ਕਰਦੇ ਆ। ਅੱਜ ਉਹੀ ਸਰਕਾਰ ਕਹਿੰਦੀ ਆ ਅਸੀਂ ਲੈ ਰਹੇ ਹਾਂ ਇਹਨਾਂ ਨੂੰ, ਅਸੀਂ ਪਬਲਿਕ ਸੈਕਟਰ ਦੇ ਵਿੱਚ ਲੈ ਰਹੇ ਹਾਂ, ਸਰਕਾਰੀ ਬਣਾ ਰਹੇ ਹਾਂ। ਮੈਂ ਇਹਨੂੰ ਕਿੱਦਾਂ ਸਮਝਾਂ? ਇਹ ਦਵੰਦ ਹੈ, ਇਹ ਪਰਿਸਥਿਤੀਆਂ ਦਾ ਵਿਅੰਗ ਹੈ। ਇਹਨੂੰ ਮੈਂ ਕਿਵੇਂ ਸਮਝਾਂ? ਉਸ ਦੌਰ ਨੂੰ, ਇਸ ਦੌਰ ਨੂੰ, ਵਿਚਾਲੇ ਨੂੰ, ਤੇ ਹੁਣ ਮੈਂ ਕਿੱਥੇ ਖੜਾ? ਸਮਝਾਇਓ ਜ਼ਰਾ। ਅਸੀਂ ਕੁਝ ਸਾਲ ਪਹਿਲਾਂ ਬਠਿੰਡਾ ਥਰਮਲ ਬੰਦ ਕੀਤਾ ਸੀਗਾ, ਸਰਕਾਰੀ ਪਲਾਂਟ ਸੀ, ਤੇ ਉਸ ਤੋਂ ਬਾਅਦ ਉਹਦੇ ਕਈ ਤਰ੍ਹਾਂ ਦੇ ਸਕੈਂਡਲ ਬਣੇ। ਜਦੋਂ ਮੈਨੂੰ ਯਾਦ ਹੈ ਕਿ ਸਰਦਾਰ ਮਨਪ੍ਰੀਤ ਸਿੰਘ ਬਾਦਲ ਆਪਣੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਦਾ ਇੱਕ ਬਿਆਨ ਆਇਆ ਸੀਗਾ, ਵੀਡੀਓ ਵੀ ਸੀ, ਕਿ ਆਹ ਚਿਮਨੀਆਂ ਬੰਦ ਪਈਆਂ ਦੇਖ ਕੇ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ। ਬੜੀ ਭਾਵੁਕ ਸਪੀਚ ਸੀਗੀ। ਤੇ ਉਹਨਾਂ ਤੋਂ ਬਾਅਦ ਕਿਸੇ ਨੇ ਪੁੱਛ ਵੀ ਲਿਆ ਸੀ, ਫਿਰ ਜਵਾਬ ਨਹੀਂ ਸੀ ਦਿੱਤਾ ਗਿਆ ਵੀ ਤੁਸੀਂ ਹੁਣ ਬੰਦ ਕਰਾਉਣ ਲੱਗੇ ਵੀ ਹੈ। ਹੁਣ ਸਡਨਲੀ ਪੰਜਾਬ ਸਰਕਾਰ ਫਿਰ ਆਪਣੀ ਪਾਲਿਸੀ ਰਿਵਰਸ ਕਰਕੇ ਇੱਕ ਪ੍ਰਾਈਵੇਟ ਪਲਾਂਟ ਖਰੀਦਣ ਲੱਗੀ ਆ, ਜਿਹਦੀ ਨਿਲਾਮੀ ਹੋ ਰਹੀ ਆ। ਪਲਾਂਟ ਘਾਟੇ ਜਾ ਰਿਹਾ ਸੀ। ਮੇਰੇ ਖਿਆਲ ਕੋਲ ਲਿੰਕੇਜ, ਉਹ ਹਮੀਰ ਜੀ ਨੂੰ ਜ਼ਿਆਦਾ ਪਤਾ ਹੋਣਾ ਟੈਕਨੀਕਲ ਕੀ ਇਸ਼ੂ ਹੈ, ਬਈ ਕੋਲ ਲਿੰਕੇਜ ਕਰਕੇ ਉਹ ਕੋਈ ਸਮੱਸਿਆ ਘੜੀ ਹੋਈ। ਤੇ ਇਹ ਪਲਾਂਟ ਪਲਾਨ ਕਰਦੇ ਕਰਦੇ ਵੀ ਮੇਰੇ ਖਿਆਲ 10-15 ਸਾਲ ਲੱਗ ਗਏ ਸੀਗੇ, ਤੇ ਬੜੇ ਸਾਲਾਂ ਬਾਅਦ ਕਲੀਅਰੈਂਸ ਮਿਲੀ ਸੀਗੀ। ਹੁਣ ਸਡਨਲੀ ਇਹ ਸਿਚੁਏਸ਼ਨ ਡਿਵੈਲਪ ਹੋ ਗਈ। ਪੰਜਾਬ ਸਰਕਾਰ ਆਪਣੇ ਪਲਾਂਟ ਕਿਉਂ ਨਹੀਂ ਲਾਉਂਦੀ? ਬੇਸਿਕ ਇਸ਼ੂ ਇਹ ਹੈ। ਇਹ ਖਰੀਦਣ ਦੀ ਥਾਂ ਤੇ ਕੋਈ ਪ੍ਰਾਈਵੇਟ ਕੰਪਨੀ ਕੋਈ ਖਰੀਦ ਲਏਗੀ, ਤੇ ਤੁਸੀਂ ਆਪਣਾ ਪਲਾਂਟ ਪਲਾਨ ਕਰੋ, ਰਾਦਰ ਪਰਸਪੈਕਟਿਵ ਪਲਾਨ ਅਗਲੇ 20-25 ਸਾਲ ਦੀ ਪਾਵਰ ਦੀ ਡਰਾ ਕਰੋ, ਤੇ ਉਸ ਹਿਸਾਬ ਤੇ ਆਪਣੇ ਪਾਵਰ ਪਲਾਂਟ ਲਗਾਉਣੇ ਸ਼ੁਰੂ ਕਰੋ। ਇੱਕ ਪ੍ਰਪੋਜ਼ਲ ਇਹ ਬਣੀ ਸੀਗੀ ਕਿ ਜਿਨ੍ਹਾਂ ਸਟੇਟਸ ਕੋਲ ਆਪਣੇ ਕੋਲ ਮਾਈਨਸ ਹੈਗੀਆਂ, ਉਹ ਪਿਟ ਹੈਡ ਤੇ ਆਪਣੇ ਪਲਾਂਟ ਲਾਉਣ, ਇੱਥੇ ਨਾ ਲਾਉਣ। ਮੈਨੂੰ ਪਤਾ ਨਹੀਂ ਅਲਟੀਮੇਟਲੀ ਕੀ ਹੋਇਆ, ਲੇਕਿਨ ਇੱਕ ਸਟੇਜ ਤੇ ਇਹ ਸਾਰੀ ਪ੍ਰਪੋਜ਼ਲ ਸੀ। ਜਾਂ ਆਲਟਰਨੇਟਿਵ ਇਹਦਾ ਕੋਲ ਦਾ ਕੀ ਹੋ ਸਕਦਾ? ਪੋਲੂਸ਼ਨ ਬਹੁਤ ਵੱਡੀ ਪ੍ਰੋਬਲਮ ਹੈ ਇਸ ਵੇਲੇ। ਪੰਜਾਬ ਸਰਕਾਰ ਨੇ, ਅਕਾਲੀ ਸਰਕਾਰ ਵੇਲੇ ਬਹੁਤ ਕੰਟਰੋਵਰਸੀ ਸ਼ੁਰੂ ਹੋਈ ਜਦੋਂ ਪ੍ਰਾਈਵੇਟ ਪਲਾਂਟ 3 ਲਾਏ ਗਏ, ਕਿ ਜਿਹੜਾ ਉਹਨਾਂ ਦਾ PPA ਸਾਈਨ ਕੀਤਾ ਗਿਆ, ਕਿ ਉਹਦੇ 'ਚ ਬਹੁਤ ਵੱਡੀ ਗੜਬੜ ਸੀ। ਜਿੰਨੀ ਫਿਕਸ ਕਾਸਟ ਪਾਵਰ ਦੀ ਉਹਨਾਂ 3 ਪਲਾਂਟਾਂ ਦੀ ਪੰਜਾਬ ਸਰਕਾਰ ਨੇ ਦਿੱਤੀ ਹੈ ਉਹਨਾਂ ਪਲਾਂਟ ਕੰਪਨੀਆਂ ਨੂੰ, ਉਹਦੇ ਤਾਂ ਮੇਰਾ ਖਿਆਲ ਇੱਕ ਸਰਕਾਰੀ ਨਵਾਂ ਪਲਾਂਟ ਲੱਗ ਜਾਣਾ ਸੀ। ਪੰਜਾਬ ਨੂੰ ਮਤਲਬ ਕਿ ਪਾਵਰ ਦੇ ਨਾਂ ਤੇ ਲੁੱਟਿਆ ਗਿਆ, ਪਾਵਰ ਨੂੰ ਸਰਪਲਸ ਬਣਾਉਣ ਦੇ ਨਾਂ ਤੇ ਨਾ ਪੂਰੀ ਲੁੱਟ ਇੱਥੇ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਇੱਕ ਵਾਰੀ। ਹੁਣ ਜੋ ਕੁਝ ਸਾਹਮਣੇ ਆ ਰਿਹਾ ਹੈ, ਇਹ ਦੇਖਣਾ ਚਾਹੀਦਾ ਟੈਕਨੀਕਲਿਟੀ ਇਹਦੀ ਕੀ ਹੈ, ਕਿ ਇਹ ਪ੍ਰੋਫਿਟੇਬਲ ਹੋਏਗਾ ਜਾਂ ਨਵਾਂ ਪਲਾਂਟ ਲਾਉਣਾ ਪ੍ਰੋਫਿਟੇਬਲ ਹੋਏਗਾ। ਜੀ ਸਰਦਾਰ ਹਮੀਰ ਸਿੰਘ ਜੀ, ਮਾਮਲਾ ਇਸ ਗੱਲ ਨਾਲ ਵੀ ਜੁੜਿਆ ਕਿ ਜਦੋਂ ਥਰਮਲ ਪਲਾਂਟ ਲਾਉਣ ਦੀ ਗੱਲ ਚੱਲੀ ਤੇ ਉਸ ਵੇਲੇ ਸਾਡੀ ਮੰਗ ਕਿੰਨੀ ਸੀ, ਤੇ ਉਹਦੇ ਤੋਂ ਲਗਭਗ ਅਸੀਂ 2 ਤੋਂ 3,000 ਮੈਗਾਵਾਟ ਵੱਧ ਦੇ ਪਲਾਂਟ ਲਾਏ। ਅਸੀਂ ਬਿਜਲੀ ਸਰਪਲਸ ਦਾ ਹੋਕਾ ਦਿੰਦੇ ਦਿੰਦੇ ਇਹ ਭੁੱਲ ਗਏ ਕਿ ਇਹਨਾਂ ਲਈ ਜਦੋਂ ਸਾਨੂੰ ਬਿਜਲੀ ਦੀ ਲੋੜ ਨਹੀਂ ਹੋਏਗੀ, ਪੰਜਾਬ ਦੇ ਲੋਕਾਂ ਨੂੰ ਫਿਕਸ ਚਾਰਜ ਦੇ ਰੂਪ ਦੇ ਵਿੱਚ ਪੈਸੇ ਭਰਨੇ ਪੈਣਗੇ। ਨੰਬਰ 1। ਨੰਬਰ 2, ਅਸੀਂ ਜਦੋਂ ਇਹ ਸਮਝੌਤੇ ਕਰਨ ਲੱਗੇ, ਮੰਨਿਆ ਗਿਆ ਕਿ ਉਦੋਂ ਅਸੀਂ ਇਹ ਮੱਦ ਪਾਉਣੀ ਭੁੱਲ ਗਏ ਕਿ ਇਹ ਲੋਕ ਕਿਤੇ ਬਾਹਰ ਵੀ ਬਿਜਲੀ ਵੇਚ ਸਕਣਗੇ। ਅਸੀਂ ਇਹ ਕਿਹਾ ਕਿ ਤੁਸੀਂ ਬਾਹਰ ਬਿਜਲੀ ਵੇਚ ਨਹੀਂ ਸਕੋਗੇ, ਔਰ ਉਹਦਾ ਕਾਰਨ ਹੋਇਆ ਕਿ ਉਹਨਾਂ ਨੇ ਸਾਡੇ ਤੇ ਕੁਝ ਸ਼ਰਤਾਂ ਆਇਦ ਕਰਤੀਆਂ ਵੀ ਅਸੀਂ ਖਲੋਤਿਆਂ ਵੀ ਤੁਹਾਡੇ ਤੋਂ ਪੈਸੇ ਲਵਾਂਗੇ। ਫਿਰ ਜਦੋਂ ਅਸੀਂ ਵੇਚ ਨਹੀਂ ਸਕਣੇ ਤੇ ਫਿਰ ਸਾਡੀ ਸਰਵਾਈਵਲ ਇਸ ਗੱਲ ਤੇ ਹੋਊਗੀ ਕਿ ਤੁਸੀਂ ਸਾਨੂੰ ਇਹ ਪੈਸੇ ਦਿਓ। ਹੁਣ ਇਹਦੇ ਨਾਲ ਨਾਲ ਇਹ ਵੀ ਸਵਾਲ ਹੈ ਕਿ ਜਦੋਂ ਇੱਕ ਥਰਮਲ ਪਲਾਂਟ ਚੱਲਣ ਤੋਂ ਅਸਮਰਥ ਹੋ ਗਿਆ, ਕਾਰਨ ਕੋਈ ਵੀ ਹੋਣ, ਕੋਲਾ ਹੋਵੇ, ਕੋਈ ਹੋਵੇ, ਦਿਵਾਲੀਆ ਹੋ ਗਿਆ, ਇਹਦਾ ਮਤਲਬ ਘਾਟੇ 'ਚ ਹੈ। ਜਿਹੜਾ ਪ੍ਰਾਈਵੇਟ ਪਲੇਅਰ ਵੀ ਘਾਟੇ 'ਚ ਚਲੇ ਗਿਆ, ਉਹਦੇ ਵਿੱਚ ਅਸੀਂ ਜਿਨ੍ਹਾਂ ਦੇ ਆਮ ਨਾਲੋਂ ਖਰਚੇ ਵੀ ਪੁੱਠੇ ਸਿੱਧੇ ਹੁੰਦੇ ਆ, ਔਰ ਸਾਡੇ ਆਮ ਸਰਕਾਰੀ ਕਾਰਪੋਰੇਸ਼ਨਾਂ 'ਚ ਅਸੀਂ ਹਾਲ ਦੇਖਿਆ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਉਹ ਚੰਗੀਆਂ ਮੁਨਾਫਾ ਕਮਾਉਣ ਲੱਗ ਜਾਂਦੀਆਂ ਜਾ ਕੇ, ਸਾਡੇ ਕੋਲ ਉਹ ਸਫੈਦ ਹਾਥੀ ਰਹਿੰਦੇ ਆ। ਕੀ ਪੰਜਾਬ ਸਰਕਾਰ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਮੰਥਨ ਕਰ ਚੁੱਕੀ ਹੈ ਕਿ ਇੱਕ ਦਿਵਾਲੀਆ ਹੋ ਗਿਆ ਯੂਨਿਟ ਸਾਡੇ ਕੋਲ ਆ ਕੇ ਪ੍ਰੋਫਿਟ ਦੇਗਾ ਜਾਂ ਸਾਨੂੰ ਸਸਤੀ ਬਿਜਲੀ ਦੇਗਾ? ਕੱਲਾ ਕੋਲੇ ਦੀ ਜਿਹੜੀ ਹੋਂਦ ਹੈ ਸਾਡੇ ਕੋਲ, ਪਛਵਾੜਾ ਕੋਲ ਮਾਇਨਾ, ਜੇ ਸਾਡੇ ਕੋਲ ਉਹ ਸਿਰਫ ਉਹੀ ਆਧਾਰ ਹੈ ਤਾਂ ਫਿਰ ਇਹ ਇੱਕ ਪਹਿਲੂ ਆ। ਮੈਂ ਇਹਦੇ ਤੁਹਾਡੇ ਕੋਲ ਸਮਝਣਾ ਚਾਹ ਰਿਹਾ ਕਿ ਕੀ, ਜਿਵੇਂ ਸਰਦਾਰ ਜਗਤਾਰ ਸਿੰਘ ਜੀ ਨੇ ਕਿਹਾ ਕਿ ਪੁਰਾਣਾ ਡੁੱਬਿਆ ਹੋਇਆ ਦਿਵਾਲੀਆ ਹੋਇਆ ਯੂਨਿਟ ਲੈਣ ਨਾਲੋਂ ਆਪਣਾ ਯੂਨਿਟ ਸਾਲ ਖੰਡ ਦੇ ਵਿੱਚ ਲਾਉਣਾ ਜਾਇਜ਼ ਨਹੀਂ ਸੀ। ਮੈਨੂੰ ਜਰਾ ਸਮਝਾਇਓ ਮਾਜਰਾ ਕੀ ਆ, ਸਥਿਤੀ ਕੀ ਆ, ਸਾਨੂੰ ਕਿੰਨਾ ਕੁ ਲਾਹੇਵੰਦ ਹੋਣ ਵਾਲਾ? ਅਸੀਂ ਨੈਗੇਟਿਵ ਨਹੀਂ, ਅਸੀਂ ਆਲੋਚਨਾਤਮਕ ਨਜ਼ਰੀਏ ਤੋਂ ਦੇਖ ਰਹੇ ਹਾਂ, ਅਸੀਂ ਵਿਰੋਧ ਦੇ ਨਜ਼ਰੀਏ ਤੋਂ ਨਹੀਂ ਦੇਖ ਰਹੇ। ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਸਰਕਾਰ ਦਾ ਇਹ ਫੈਸਲਾ ਠੀਕ ਹੈ ਜਾਂ ਇਹ ਜਜ਼ਬਾਤੀ ਵਹਿਣ 'ਚ ਵਹਿ ਕੇ ਹੋ ਰਿਹਾ?
ਇੱਕ ਤਾਂ ਗੱਲ ਥੋੜੀ ਜਿਹੀ ਬੈਕਗ੍ਰਾਉਂਡ 'ਚ ਇਹ ਦੇਖਣੀ ਪਏਗੀ ਕਿ ਜਿਹੜਾ ਇਹ ਲੱਗਦਾ ਵੀ ਕਾਰਪੋਰੇਸ਼ਨਾਂ ਨੇ, ਜੇ ਬਿਜਲੀ ਬੋਰਡ ਜਿੰਨਾ ਚਿਰ ਰਿਹਾ ਹੈ, ਬਿਜਲੀ ਬੋਰਡ 97 ਤੋਂ ਪਹਿਲਾਂ ਘਾਟੇ 'ਚ ਬਿਲਕੁਲ ਨਹੀਂ ਸੀ, ਸਰਪਲਸ ਸੀ, ਸਾਰੀਆਂ ਚੀਜ਼ਾਂ ਆਪਣੇ ਤਰੀਕੇ ਨਾਲ ਕਰਦਾ ਸੀ। ਜਿਹੜੀ ਫ੍ਰੀ ਬਿਜਲੀ ਆਈ ਉਹ 'ਚ ਗਵਰਨਮੈਂਟ ਨੇ ਪੈਸੇ ਨਹੀਂ ਦਿੱਤੇ। ਇਹ ਉਦੋਂ ਬਾਅਦ ਦਾ 2003 ਦੇ ਕਾਨੂੰਨ ਤੋਂ ਬਾਅਦ ਹੁਣ ਗਵਰਨਮੈਂਟ ਨੂੰ ਦੇਣੇ ਪੈ ਰਹੇ ਨੇ, ਮਤਲਬ ਜਿਹੜੀ ਸਬਸਿਡੀ ਦੇ ਪੈਸੇ, ਕਿ ਨਹੀਂ ਦੇਗਾ ਤਾਂ ਤੁਹਾਡੇ ਖਿਲਾਫ ਉਨਾ ਹੀ ਤੁਹਾਨੂੰ ਕਰਜ਼ਾ ਵਿਆਜ ਵੀ ਦੇਣਾ ਪਏਗਾ। ਉਦੋਂ ਪਹਿਲਾਂ ਕੋਈ ਕਾਨੂੰਨ ਨਹੀਂ ਸੀ, ਗਵਰਨਮੈਂਟ ਇਹ ਫੈਸਲਾ ਕਰਦੀ ਸੀ, ਗਵਰਨਮੈਂਟ ਨੇ ਨਹੀਂ ਦਿੱਤਾ ਤਾਂ ਡੁੱਬਣਾ ਸ਼ੁਰੂ ਹੋਇਆ। ਉਦੋਂ ਬਾਅਦ ਜਿਹੜੇ ਨਵੀਆਂ ਚੀਜ਼ਾਂ ਪਲਾਨ ਹੋਣੀਆਂ ਸੀ ਉਹ ਹੋਈਆਂ ਹੀ ਨਹੀਂ, ਕਰਜ਼ਾਦਾਰ ਕਰਜ਼ਾ, ਕਰਜ਼ਾਦਾਰ ਕਰਜ਼ਾ। ਇੱਕ ਤਾਂ ਇਹ ਪੋਲੀਟੀਕਲ ਪਾਲਿਸੀ ਦਾ ਕੁਐਸਚਨ ਹੈ ਜਿਹੜਾ ਉਦੋਂ ਤੋਂ ਸਟਾਰਟ ਹੋਇਆ ਸੀਗਾ। ਦੂਸਰੀ ਗੱਲ, ਜਿੰਨੇ ਥਰਮਲ ਸਾਡੇ ਲੱਗੇ ਸੀ ਇਦੋਂ ਪਹਿਲਾਂ, ਚਾਹੇ ਉਹ ਰੋਪੜ ਸੀ, ਲਹਿਰਾ ਮੁਹੱਬਤ ਸੀ, ਬਠਿੰਡਾ ਸੀ, ਸਾਰੇ ਇੰਡੀਜੀਨੀਅਸ ਸੀ। ਬਿਜਲੀ ਬੋਰਡ ਦੇ ਚੇਅਰਮੈਨਾਂ ਨੇ ਪਲਾਨ ਕੀਤੇ, ਉਹਦੀ ਟੋਟਲ ਬਣਾਉਣ ਦੀ, ਟੋਟਲ ਬਣਤਰ ਦਾ ਸੈਲਫ ਮੇਡ ਸੀ, ਕਿਸੇ ਬਾਹਰ ਕੰਪਨੀ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਮਤਲਬ ਉਹਦੇ ਚ ਇੱਕ ਕਾਬਲੀਅਤ। ਨੈਸ਼ਨਲ ਲੈਵਲ ਤੇ ਬਿਜਲੀ ਬੋਰਡ ਲਗਾਤਾਰ 60 ਸਾਲ ਨੰਬਰ 1 ਦਾ ਅਵਾਰਡ ਲੈਂਦਾ ਰਿਹਾ, ਮਤਲਬ ਓਵਰਆਲ ਇਸ ਸਾਰੇ ਸੈਟਅਪ ਦੇ ਵਿੱਚ। ਇਹ ਗੱਲ ਨੂੰ ਧਿਆਨ ਚ ਰੱਖ ਕੇ ਜਦੋਂ ਅਸੀਂ ਪ੍ਰਾਈਵੇਟਾਈਜੇਸ਼ਨ ਵੱਲ ਧੱਕੇ ਆ ਐਜ ਏ ਪਾਲਿਸੀ, ਜਿਵੇਂ ਤੁਸੀਂ ਕਹਿ ਦਿਓ ਵੀ ਸਕੂਲਾਂ 'ਚ ਪੜ੍ਹਾਈ ਬੰਦ ਕਰ ਦਿਓ, ਘਟਾ ਦਿਓ ਤਾਂ ਕਿ ਪ੍ਰਾਈਵੇਟ ਸਕੂਲ ਗਲੋਰੀਫਾਈ ਹੋਣ, ਇਸੇ ਤਰ੍ਹਾਂ ਪ੍ਰਾਈਵੇਟ ਹਸਪਤਾਲਾਂ 'ਚ ਡਾਕਟਰ ਨਾ ਭੇਜੋ, ਦਵਾਈ ਨਾ ਭੇਜੋ ਤਾਂ ਕਿ ਲੋਕਾਂ ਦਾ ਮਾਈਂਡ ਉਧਰ ਬਣ ਜੇ। ਇਸੇ ਤਰ੍ਹਾਂ ਬਿਜਲੀ ਬੋਰਡ ਨੂੰ ਪੈਸੇ ਨਾ ਦਿਓ ਤੁਸੀਂ, ਜਿਹੜੀ ਮੁਫਤ ਕਰਤੀ ਤੇ ਉਦੋਂ ਬਾਅਦ ਬਿਜਲੀ ਦੇ ਕੱਟ ਲੱਗਣਗੇ, ਲੋਕ ਕਹਿਣਗੇ ਤੂੰ ਤਾਂ ਪ੍ਰਾਈਵੇਟ ਹੀ ਕਰ ਦਿਓ। ਇਹ ਇੱਕ ਮਾਹੌਲ ਤਿਆਰ ਕਰਨਾ ਹੁੰਦਾ ਹੈ, ਜਿਹੜੇ ਮਾਹੌਲ ਦੇ ਵਿੱਚੋਂ ਚੀਜ਼ਾਂ ਉਸ ਪਾਸੇ ਜਾਂਦੀਆਂ ਨੇ। ਫਿਰ ਜਿਹੜੇ ਥਰਮਲ ਪਲਾਂਟ ਅਸੀਂ ਲਾਏ ਉਹਦੇ ਤੇ ਉਦੋਂ ਵੀ ਬਹੁਤ ਜ਼ਿਆਦਾ ਮਤਲਬ ਕ੍ਰਿਟੀਕਲ ਬਿਆਨ ਆਏ ਸੀ, ਔਰ ਲਗਾਤਾਰ ਨੈਸ਼ਨਲ ਪਾਲਿਸੀ ਦੇ ਵੀ ਉਹ ਖਿਲਾਫ ਸੀ। ਰੈਗੂਲੇਟਰੀ ਕਮਿਸ਼ਨ ਨੇ ਕਿੰਨੀਆਂ ਟਿੱਪਣੀਆਂ ਕੀਤੀਆਂ ਹੋਈਆਂ ਨੇ ਉਹਨਾਂ ਦੇ ਮੌਜੂਦ ਤੇ ਐਗਰੀਮੈਂਟਾਂ ਤੇ, ਕਿ ਜਿੱਥੇ ਸਾਡੇ ਪੰਜਾਬ ਦਾ ਪ੍ਰੋਫਾਈਲ ਹੈ ਕਿ 3 ਮਹੀਨੇ ਸਾਨੂੰ ਚਾਹੀਦੀ ਹੁੰਦੀ ਹੈ 12,000 13,000 14,000 15,000 ਯੂਨਿਟ ਮੈਗਾਵਾਟ, ਉਦੋਂ ਬਿਨਾਂ ਤਾਂ ਸਾਡੇ ਕੋਲ ਆਪੀ ਸਰਪਲਸ ਅਸੀਂ ਹਿਮਾਚਲ ਨੂੰ ਦਿੰਦੇ ਰਿਹਾ, ਬਾਕੀਆਂ ਨੂੰ ਦਿੰਦੇ ਰਿਹਾ, ਜਿਹੜੇ ਬਾਕੀ ਦੇ ਮਾਹੌਲ ਦੇ ਵਿੱਚ, ਤੇ ਫਿਰ ਵਾਪਸ ਲੈ ਲੈਂਦੇ ਰਿਹਾ ਗਰਮੀ ਦੇ ਵਿੱਚ। ਦੇਸ਼ ਦੇ ਵਿੱਚ ਇਹੋ ਜਿਹਾ ਇੱਕ ਬੈਂਕਿੰਗ ਸਿਸਟਮ ਸੀ, ਪਾਵਰ ਬੈਂਕਿੰਗ ਸਿਸਟਮ, ਜਦੋਂ ਤੁਹਾਡੀ ਲੋੜ ਘੱਟ ਹੈ ਉਦੋਂ ਵੇਚ ਦਿਓ, ਜਦੋਂ ਤੁਹਾਡੀ ਲੋੜ ਤੁਹਾਡੀ ਹੈ, ਕਿਉਂਕਿ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਲੋੜ ਹੈ, ਉੱਥੇ ਕੋਈ ਇੱਕੋ ਦਮ ਨਹੀਂ ਪੈਂਦੀ ਸਾਰੇ ਸਟੇਟ ਦੇ ਵਿੱਚ। ਅਸੀਂ 12 ਮਹੀਨਿਆਂ ਲਈ ਕੀਤੇ ਉਹ ਫਿਕਸਡ ਚਾਰਜ, ਔਰ 12 ਮਹੀਨਿਆਂ ਲਈ ਤੁਸੀਂ ਫਿਰ ਚੈਨਲ ਉਹਨਾਂ ਨੂੰ ਕਹਿ ਰਹੇ ਹੋ ਵੀ ਸਾਨੂੰ ਤਾਂ ਲੋੜ ਨਹੀਂ, ਬੰਦ ਰੱਖੋ, ਤੇ ਬੰਦ ਰੱਖਣ ਦੇ ਅਸੀਂ ਪੈਸੇ ਦਿੰਦੇ ਰਹੇ ਲਗਾਤਾਰ ਸਾਰੇ ਦੇ ਸਾਰੇ ਉਹ ਸਾਰੇ ਮਾਮਲੇ 'ਚ। ਇਸੇ ਕਰਕੇ ਕਾਂਗਰਸ, ਇਸੇ ਕਰਕੇ ਆਮ ਆਦਮੀ ਪਾਰਟੀ, ਦੋਨਾਂ ਪਾਰਟੀਆਂ ਨੇ ਪਿਛਲੇ 10 ਸਾਲ ਤੋਂ ਲਗਾਤਾਰ ਇਹ ਫੈਸਲਾ ਕਰਦੇ ਸੀ, ਬੜਾ ਪ੍ਰੈਸ ਕਾਨਫਰੰਸਾਂ ਕੀਤੀਆਂ ਕਿ ਅਸੀਂ ਉਹ ਐਮਓਯੂ ਰਿਵਿਊ ਕਰਾਂਗੇ, ਉਹ ਰੱਦ ਕਰਾਂਗੇ, ਰੱਦ ਕਰਕੇ ਉਦੋਂ ਬਾਅਦ ਦੇਖਾਂਗੇ ਕੀ ਕਰਨਾ ਜੀ। ਫਿਰ ਆ ਨਾਭੇ ਵਾਲਾ, ਜਿਹੜਾ ਨਾਭਾ ਦੇ ਨਾਂ ਤੇ ਆਪਾਂ ਰਾਜਪੁਰੇ ਵਾਲਾ ਥਰਮਲ ਪਲਾਂਟ ਹੈ, ਔਰ ਉਹ ਸਾਰੀਆਂ ਚੀਜ਼ਾਂ ਉਦੋਂ ਬਾਅਦ ਇਹਨਾਂ ਨੇ ਇੱਕ ਵੇਚਣ ਲਈ, ਆ ਪਿਛਲੀ ਅਮਰਿੰਦਰ ਸਰਕਾਰ ਵੇਲੇ ਵੀ ਇਹਨਾਂ ਨੇ ਪੇਸ਼ਕਸ਼ ਕਰਤੀ ਸੀ ਕਿ ਅਸੀਂ ਵੇਚਣਾ ਚਾਹੁੰਦੇ ਹਾਂ, ਚੰਨੀ ਵੇਲੇ ਵੀ। ਉਦੋਂ ਵੀ PSPCL ਦੇ ਇੰਜੀਨੀਅਰਾਂ ਨੇ ਇੱਕ ਗੱਲ ਕਹੀ ਕਿ ਜਿਹੜਾ ਇਹ ਥਰਮਲ ਤੁਸੀਂ ਐਸੇ ਢੰਗ ਨਾਲ ਵੇਚਣਾ ਚਾਹੁੰਦੇ ਹੋ, ਐ ਤੁਸੀਂ ਖਰੀਦਣਾ ਚਾਹੁੰਦੇ ਹੋ, ਇਹ ਭੱਠਾ ਹੋਰ ਬਿਠਾ ਦਊਗਾ, ਜਿਹੜੇ ਰੇਟ ਤੇ ਤੁਸੀਂ ਖਰੀਦੋਗੇ ਇਹ ਵਾਰਾ ਹੀ ਨਹੀਂ ਖਾਊਗਾ, ਉਹ ਗਲਤ ਹੈ। ਪਹਿਲਾਂ ਉਹ ਡਿਫਾਲਟਰ ਡਿਕਲੇਅਰ ਕਰੇ ਆਪਣੇ ਆਪ ਨੂੰ, ਫਿਰ ਨਿਚਲੀ ਕੀਮਤ ਤੇ ਜਾ ਕੇ ਵੇਚੇ। ਜਿਹੜਾ ਉਹ ਕਹਿੰਦਾ ਮੇਰਾ ਇੰਨਾ ਲੱਗਿਆ, ਇੰਨੇ ਦੇ ਦਿਓ, ਇੰਨਾ ਪ੍ਰੋਫਿਟ ਲੈ ਜਾਓ, ਉਹਦਾ ਵਿਰੋਧ ਜੱਜ ਕੇ ਕੀਤਾ ਸੀ PSPCL ਨੇ, ਜਿਹੜਾ ਨਾਭੇ ਵਾਲੇ ਦੀ ਪੇਸ਼ਕਸ਼ ਆਈ ਸੀ ਵੇਚਣ ਲਈ ਰਾਜਪੁਰਾ ਥਰਮਲ ਦੀ। ਹੁਣ ਮਾਮਲਾ GVK ਦੇ ਵੇਚਣ ਦਾ, GVK ਦੀ ਉਹਦੇ ਨਾਲ ਤੋਂ ਫਰਕ ਕੇਵਲ ਇੰਨਾ ਕੁ ਹੈਗਾ ਕਿ ਇਹ ਡਿਫਾਲਟਰ ਹੋ ਚੁੱਕਿਆ, ਹੱਥ ਖੜੇ ਕਰਤੇ, ਦਿਵਾਲੀਏਪਣ ਦੇ ਵਿੱਚ ਆ ਗਿਆ ਕਿ ਮੈਂ ਦਿਵਾਲੀਆਪਣ ਉਸ ਸਮੇਂ। ਪਰ ਇਹਦੇ ਚ PSPCL ਨੇ ਟੈਂਡਰ ਫਾਈਲ ਕਰਤਾ, ਟੈਂਡਰ ਡੇਟ ਲੰਘ ਗਈ ਹੈ, ਇਸ ਲਈ PSPCL ਉੱਥੇ ਟੈਂਡਰ ਕਿਹਾ ਜਾ ਰਿਹਾ ਕਿ ਇਹਨੂੰ ਮਿਲਣ ਦੀ ਸੰਭਾਵਨਾ ਜ਼ਿਆਦਾ ਹੈ। ਇਹਨੂੰ ਮਿਲਣ ਦੀ ਸੰਭਾਵਨਾ ਕਿਤੇ ਜ਼ਿਆਦਾ ਇਹ ਤਾਂ ਨਹੀਂ ਹੈ ਕਿ ਅਸੀਂ ਹਾਈ ਰੇਟ ਤੇ ਬਾਕੀ ਚੀਜ਼ਾਂ ਸਾਰੀਆਂ ਕਰਨੀਆਂ, ਮੁੜ ਕੇ ਕਿਸੇ ਕੰਪਨੀ ਨੂੰ ਫਾਇਦਾ ਦੇਣਾ ਚਾਹੁੰਦੇ ਹਾਂ। ਇਹ ਚ ਦੋ ਗੱਲਾਂ ਬੜੀਆਂ ਇੰਪੋਰਟੈਂਟ ਨੇ। ਪਹਿਲੀ ਗੱਲ, ਜਿਹੜੇ ਇਹਦੇ ਫਿਕਸਡ ਰੇਟ ਨੇ ਉਹ 2.5 ਰੁਪਏ ਪਰ ਯੂਨਿਟ ਹੈ। ਰੈਗੂਲੇਟਰੀ ਕਮਿਸ਼ਨ ਨੇ ਇਹਦੇ ਫਿਕਸਡ ਰੇਟ ਅਨਾਉਂਸ ਕੀਤੇ ਸੀ, ਕੈਲਕੂਲੇਸ਼ਨ ਕੀਤੀ 1.5 ਰੁਪਏ ਦੇ ਹਿਸਾਬ ਨਾਲ, ਔਰ ਉਹਨਾਂ ਨੂੰ 2.5 ਰੁਪਏ ਦੇ ਅਲਾਉ ਕੀਤਾ ਗਿਆ। ਕੀ ਹੁਣ 2.5 ਰੁਪਏ ਰੱਖੇ ਜਾਣਗੇ ਜਾਂ 1.5 ਰੁਪਏ ਤੇ ਆਇਆ ਜਾਊਗਾ, ਜਾਂ ਉਦੋਂ ਘੱਟ, ਜਦੋਂ ਕਾਸਟ ਜਦੋਂ ਦਾ ਉਹ ਕਰਨਾ। ਜੇ ਉਹੀ ਰੱਖਿਆ ਜਾਂਦਾ ਤਾਂ ਪੰਜਾਬ ਸਰਕਾਰ ਨੂੰ 400 ਕਰੋੜ ਰੁਪਏ ਦਾ ਲਾਸ ਹੁੰਦਾ ਇਮੀਡੀਏਟਲੀ। ਅੱਗੇ 400 ਕਰੋੜ ਹੋਰ ਵਾਧੂ ਮਤਲਬ ਐਡੀਸ਼ਨ ਹੋ ਜਾਏਗੀ। ਇਸ ਬਿਜਲੀ ਦੀਆਂ ਦਰਾਂ ਵੀ ਬਦਲਣਗੀਆਂ, ਓਵਰਆਲ ਸਾਡੇ ਪੰਜਾਬ ਦੇ ਵਿੱਚ ਰੇਟ ਤੇ 400 ਕਰੋੜ ਵਾਧੂ ਉਹ ਕਰਨਾ ਪਏਗਾ। ਦੂਜੀ ਫਿਕਸਡ ਜਿਹੜੀ ਕੈਪੀਟਲ ਕਾਸਟ ਹੈ, ਜਿਹੜੀ ਪੂੰਜੀ ਲਾਉਂਦੇ ਆ ਅਸੀਂ ਕਿ ਉਹਦੇ ਤੇ ਸਾਡਾ ਇੰਨਾ ਲੱਗਿਆ, ਉਹ ਕਹਿੰਦੇ 4,400 ਕਰੋੜ ਰੁਪਇਆ ਸਾਡਾ ਲੱਗਿਆ ਹੋਇਆ,
ਤੇ ਸਾਨੂੰ ਇੰਨੇ ਪੈਸੇ ਦੇ ਦਿਓ ਤੇ ਬਾਕੀ ਦੀਆਂ ਚੀਜ਼ਾਂ ਨੇ। ਰੈਗੂਲੇਟਰੀ ਕਮਿਸ਼ਨ ਨੇ 2650 ਕਰੋੜ ਰੁਪਏ ਕੱਢਿਆ ਸੀ ਉਹਦੀ ਕਾਸਟ। ਫਿਰ ਇੰਡੀਪੈਂਡੈਂਟ ਕਿਸੇ ਅਕਾਊਂਟੈਂਟ ਕੋਲ ਗਿਆ, ਅਕਾਊਂਟੈਂਟ ਕੋਲ, ਉਹ ਵੀ 28-2900 ਕਰੋੜ ਰੁਪਏ ਤੇ ਜਾਂ 4100 ਕਰੋੜ ਤੇ ਫਿਰਿਆ, ਉਹ 4100 ਕਰੋੜ ਤੇ ਗਿਆ। ਰੈਗੂਲੇਟਰੀ ਕਮਿਸ਼ਨ ਨੇ ਦੁਬਾਰਾ ਫਿਰ ਇੱਕ ਵਾਰ ਐਵੈਲੂਏਸ਼ਨ ਕੀਤੀ ਉਸ ਤੋਂ ਬਾਅਦ, ਤਾਂ ਉਹ 2800 ਕਰੋੜ ਤੇ ਹੈ। ਹੁਣ ਅਸੀਂ 2800 ਕਰੋੜ ਤੇ ਖੜਾਂਗੇ ਜਾਂ 4400 ਕਰੋੜ ਤੇ ਜਾਵਾਂਗੇ? ਕੈਪੀਟਲ ਕਾਸਟ ਉਹਦੀ ਕੀ ਬੀਅਰ ਕਰਾਂਗੇ? ਇਹ ਵੀ ਇੱਕ ਸਭ ਤੋਂ ਬੜਾ ਕੁਐਸਚਨ ਸਾਡੇ ਸਾਹਮਣੇ ਹੋਏਗਾ। ਦੋ ਕੇਸ ਚੱਲਦੇ ਨੇ ਜਿਹਨਾਂ ਦੋਨਾਂ ਮਾਮਲਿਆਂ ਦੇ ਉੱਤੇ, ਇੱਕ ਨੈਸ਼ਨਲ ਟ੍ਰਿਬਿਊਨਲ ਦੇ ਕੋਲ ਚੱਲਦਾ ਤੇ ਇੱਕ ਬਾਕੀ। ਆਮ ਤੌਰ ਤੇ ਸਾਡਾ ਟ੍ਰੈਂਡ ਇਹ ਹੈ ਪੰਜਾਬ ਦਾ, ਪੰਜਾਬ ਹਾਰਦਾ, ਇਹ ਕੰਪਨੀਆਂ ਜਿੱਤਦੀਆਂ ਨੇ ਉਹਨਾਂ ਟ੍ਰਿਬਿਊਨਲਾਂ 'ਚ। ਚਾਹੇ ਕੋਲੇ ਦੀ ਧੁਲਾਈ ਦਾ ਕੇਸ ਹੋਵੇ, ਚਾਹੇ ਉਸੇ ਢੰਗ ਦੇ ਨਾਲ ਕੋਲਾ, ਇੰਪੋਰਟਡ ਕੋਲਾ ਜਿਹੜਾ ਲਿਆ ਕੇ ਦੇਣ ਦੀ ਮਜਬੂਰੀ ਹੋਵੇ, ਡਿਫਰੈਂਟ, ਚਾਹੇ ਉਹ ਫਿਕਸਡ ਰੇਟ ਹੋਣ ਬਾਕੀ ਦੇ ਉਹਨਾਂ ਦੇ, ਉਤੇ ਉਹ ਜਿੱਤੇ ਨੇ। ਪੰਜਾਬ ਹਾਰਿਆ। ਪਤਾ ਨਹੀਂ ਤਾਂ ਇਹਨਾਂ ਦੇ ਲੜਾਈ 'ਚ ਕੋਈ ਗਲਤੀ ਹੈ, ਨਹੀਂ ਪ੍ਰੋਪਰ ਤਰੀਕੇ ਨਾਲ ਕੇਸ ਪੇਸ਼ ਕੀਤੇ ਜਾ ਰਹੇ, ਪਤਾ ਨਹੀਂ ਉਹਦੇ ਪਿੱਛੇ ਇਹ ਹੈ ਕਿ ਟੈਕਨੀਕਲੀ ਤੁਸੀਂ ਹੱਥ ਬਣਾ ਚੁੱਕੇ ਹੁੰਦੇ ਹੋ, ਐਮਓਜੀ ਉਹੇ ਜਿਹੇ ਕੀਤੇ ਨੇ, ਤੁਸੀਂ ਹਾਰਨਾ ਹੀ ਹੁੰਦਾ। ਇਹ ਵੀ ਇੱਕ ਮਾਮਲਾ ਉਹਦੇ ਵਿੱਚ ਆਉਂਦਾ। ਤੇ ਜੇਕਰ ਇਹ ਚੀਜ਼ਾਂ ਦਾ ਧਿਆਨ ਰੱਖੇ ਬਿਨਾਂ ਜਿੰਨੀ ਕੈਪੀਟਲ ਤੁਹਾਨੂੰ ਆਉਂਦੀ ਹੈ ਤੇ ਉਹ ਨਹੀਂ ਚੱਲਿਆ। ਹਾਂ, ਉਹਦੇ ਕੋਲ ਇੱਕ ਗੱਲ ਸੀ ਕਿ ਉਹ ਜਿਹੜਾ ਜੀਵੀਕੇ ਚੱਲਦਾ ਸੀ ਪਿਛਲੇ 25 ਸਾਲਾਂ ਤੋਂ ਚੱਲ ਰਿਹਾ ਇੱਕ ਪਲਾਂਟ, ਚੱਲਣ ਦੀ ਕੋਸ਼ਿਸ਼ ਕਰ ਰਿਹਾ ਪਲਾਂਟ, ਮਤਲਬ 20 ਸਾਲਾਂ ਬਾਅਦ ਤਾਂ ਆ ਕੇ ਚੱਲਿਆ, ਜਿਹੜਾ ਉਦੋਂ ਤੱਕ ਨਹੀਂ ਹੋਇਆ। ਫਿਰ ਵੀ ਉਹ ਘਾਟੇ 'ਚ ਕਿਉਂ ਹੈ? ਕਿਉਂਕਿ ਪਰਮਾਨੈਂਟ ਕੋਲੇ ਦੀ ਕੋਈ ਅਲਾਟਮੈਂਟ ਨਹੀਂ, ਕੋਈ ਲਿੰਕੇਜ ਨਹੀਂ ਹੈ। ਬਿਨਾਂ ਲਿੰਕੇਜ ਅਪਰੂਵ ਕਿਵੇਂ ਹੁੰਦਾ ਕੋਈ ਪਲਾਂਟ? ਕਿਹਨੇ ਕੀਤਾ ਤੇ ਕਿਸ ਲੈਵਲ ਤੇ? ਹੁਣ ਇਹ ਕਹਿੰਦੇ ਨੇ ਪਿਛਵਾੜਾ ਵਾਲਾ ਸੀ ਉਧਰ ਨੂੰ ਕਰ ਦਾਂਗੇ। ਪਿਛਵਾੜਾ ਵਾਲੀ ਜਿਹੜੀ ਗੱਲ ਸੀ ਉਹ ਲਹਿਰਾ ਮੁਹੱਬਤ ਉਹਨੇ ਦੇਣਾ ਸੀ, ਬਠਿੰਡਾ ਦੇਣਾ ਸੀ, ਬਾਕੀ ਆਪਦਾ ਬਠਿੰਡਾ ਬੰਦ ਕਰ ਲਿਆ। ਤਾਂ ਤੁਸੀਂ ਹੁਣ ਉਹ ਕਰਨਾ ਚਾਹੁੰਦੇ ਉਹਦੇ ਚੋਂ ਜਿਹੜੇ ਪਿਛਵਾੜਾ ਮਾਈਨਿੰਗ ਦਾ 30-40 ਸਾਲ ਦਾ ਕੋਲਾ ਸੀਗਾ, ਜਿਹੜਾ ਇਹਨਾਂ ਨੂੰ ਦੇਣਾ ਸੀ ਆਪਣੇ ਸਿਸਟਮ ਚਲਾ ਕੇ। ਹਾਂ, ਇਹ ਗੱਲ ਜ਼ਰੂਰ ਸੀ ਕਿ PSPCL ਲਗਾਤਾਰ ਕਹਿੰਦੀ ਰਹੀ ਹੈ। ਔਰ ਇੱਕ ਵਾਰ ਸੁਖਬੀਰ ਸਿੰਘ ਬਾਦਲ ਕੋਲ ਵੀ ਇੰਜੀਨੀਅਰ ਗਏ ਸੀ, ਜਿਹੜੀ ਕਹਾਣੀ ਆਪਾਂ ਪਹਿਲਾਂ ਵੀ ਇੱਕ ਵਾਰ ਕੀਤੀ। ਉਹਨੇ ਕਿਹਾ ਵੀ ਤੁਸੀਂ ਪਾਲਿਸੀ ਡਿਸੀਜਨ ਚ ਲਓ, ਤਨਖਾਹ ਤਨਖੂਹਾਂ ਵਧਾਉਣੀਆਂ ਨੇ ਤਾਂ ਦੱਸੋ, ਮਤਲਬ ਇਹ ਚ ਉਹ ਨਾ ਕਹੋ, ਮਤਲਬ ਇੰਜੀਨੀਅਰ ਜਿਹੜੇ ਟੈਕਨੀਕਲ ਮਾਹਰ ਨੇ, ਤੁਸੀਂ ਤੁਹਾਡੀ ਪਾਲਿਸੀ ਚ ਕੋਈ ਸਾਨੂੰ ਲੋੜ ਨਹੀਂ, ਪਾਲਿਸੀ ਸਾਨੂੰ ਆਉਂਦੀ ਹੈ। ਜਦੋਂ ਤੁਸੀਂ ਇਸ ਮਾਮਲੇ ਤੇ ਇਹ ਕਰਨਾ ਸ਼ੁਰੂ ਕਰ ਦਿਓ ਤਾਂ ਬੜਾ ਇੱਕ ਨੈਗੇਟਿਵ ਜਿਹਾ ਇਮੇਜ ਬਣਦਾ ਉਸ ਮਾਮਲੇ। ਉਹ ਕਹਿੰਦੇ ਸੀ ਜੇ ਤੁਸੀਂ ਪ੍ਰਾਈਵੇਟ ਵੀ ਲਾਉਣਾ, ਇੱਕ ਪ੍ਰਾਈਵੇਟ ਲਾ ਲਓ, ਪੈਰਲਲ ਸਾਨੂੰ ਲਾ ਦਿਓ, ਸਾਨੂੰ ਤੁਸੀਂ ਕੇਵਲ ਅਲਾਓ ਕਰਨਾ, ਤੁਹਾਡੇ ਤੋਂ ਪੈਸੇ ਨਹੀਂ ਮੰਗਦੇ। ਕਰਜ਼ਾ ਅਸੀਂ ਮਾਰਕੀਟ ਚੋਂ ਲਵਾਂਗੇ, PSPCL ਲਏਗੀ, ਉਹਦਾ PSPCL ਮੋੜੇਗੀ ਤੁਹਾਨੂੰ, ਤੁਸੀਂ ਤਾਂ ਇਕੱਲਾ ਅਲਾਓ ਕਰਨਾ ਨਾ। ਅਲਾਓ ਨਹੀਂ ਕੀਤਾ ਗਿਆ ਬੜਾ ਲੰਮੇ ਸਮੇਂ ਤੋਂ ਬਾਅਦ ਉਸ ਮਾਮਲੇ 'ਚ। ਪ੍ਰਾਈਵੇਟ ਤੇ ਸੰਗਤਪੁਰਾ ਤੁਹਾਡੇ ਕੋਲ ਅਜੇ ਜੰਗਲ ਹੋ ਗਿਆ, ਉੱਥੇ ਮੁੜ ਕੇ ਪਲਾਟ ਨਹੀਂ ਲੱਗਿਆ। ਗਿੱਦੜਬਾਹੇ ਤੁਸੀਂ ਜ਼ਮੀਨ ਅਕਵਾਇਰ ਕਰ ਲਾਂਗੇ, ਕੋਲੇ ਦੀ ਜਗ੍ਹਾ ਉਹ ਫਟੱਪ ਪਿਆ, ਉੱਥੇ ਤੁਹਾਡਾ ਨਹੀਂ ਚੱਲਿਆ। ਤੁਸੀਂ ਇੰਨਾ ਉਹੀ ਅਮਲ ਬੱਤਾ ਬਿਨਾਂ ਹਿਸਾਬ ਕਿਤਾਬ ਲਾਏ ਜੋ ਵੀ ਚੀਜ਼ਾਂ ਕਰਦੇ ਹੋ, ਤੇ ਉਹ ਕਿਸ ਹਿਸਾਬ ਨਾਲ ਕਰਦੇ ਹੋ, ਬਹੁਤ ਬੜਾ ਇੱਕ ਕੁਐਸਚਨ ਮਾਰਕ ਹੈ। ਕੱਲਾ ਵੋਟ ਨੂੰ ਦੇਖ ਕੇ ਕਿ ਅਸੀਂ ਵਾਹਵਾ ਕਰਾਉਣੀ ਆ, ਉਹ ਇੱਕ ਅਲੱਗ ਗੱਲ ਹੈ। ਇੱਥੇ ਤਾਂ ਇਹ ਕਹਿਣ ਲੱਗੇ ਸੀ ਕਿ ਪਾਕਿਸਤਾਨ ਨੂੰ ਵੇਚਿਆ ਕਰਾਂਗੇ ਅਸੀਂ ਬਿਜਲੀ। ਪਾਕਿਸਤਾਨ ਦਾ ਡੰਡਾ ਨਾ ਖੱਖਾ ਨਾ ਸਟੇਟ ਗਵਰਨਮੈਂਟ ਦਾ ਕੋਈ ਸਮਝੌਤਾ ਹੋ ਸਕਦਾ, ਨੈਸ਼ਨਲ ਇਸ਼ੂ ਹੈ ਉਹ, ਤੇ ਤੁਸੀਂ ਵੇਚਣਾ ਨਹੀਂ ਵੇਚਣਾ, ਕਿਹਨੂੰ ਕਰਨਾ ਕਿਹਨੂੰ ਨਹੀਂ ਕਰਨਾ। ਤੁਸੀਂ ਇੱਥੇ ਆਏ ਬਈ ਜੇ ਚਾਹਤਾ ਵੀ ਜਿਹੜਾ ਵਾਧੂ ਹੋ ਪਾਕਿਸਤਾਨ ਨੂੰ ਵੇਚਾਂਗੇ, ਉਹ ਖੜਾ ਰਿਹਾ ਤੇ ਡਮਾਰ ਚ ਪੈ ਗਿਆ। ਪਹਿਲੀ ਗੱਲ, ਹੁਣ ਭਗਵੰਤ ਮਾਨ ਸਰਕਾਰ ਨੇ ਇਹ ਕਿਉਂ ਨਹੀਂ ਕੀਤਾ? ਜੀ ਤੇ ਸਭ ਤੋਂ ਜ਼ਿਆਦਾ ਆਈ ਸੀ ਕਿ ਪੁਰਾਣੇ ਦੋ ਥਰਮਲ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ, ਇਹ ਕਹਿੰਦੇ ਹੁੰਦੇ ਸੀ ਜਿਹਨੇ ਹਜ਼ਾਰਾਂ ਕਰੋੜ ਰੁਪਏ ਦਾ ਪੰਜਾਬ ਦੇ ਖਾ ਲਿਆ, ਉਹ ਰਿਵਿਊ ਕਰਾਂਗੇ। ਪਹਿਲਾਂ ਉਹ ਰਿਵਿਊ ਵਾਲਾ ਠੱਪ ਕਿਉਂ ਹੋ ਗਿਆ? ਇਹਦਾ ਵੀ ਜਵਾਬ ਦੇਣਾ ਪਏਗਾ ਕਿ ਕੀ ਤੁਸੀਂ ਉਦੋਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀ, ਜਾਂ ਅੱਜ ਤੁਹਾਨੂੰ ਲੱਗਣ ਲੱਗ ਗਿਆ ਕਿ ਉਹ ਗੱਲ ਠੀਕ ਨਹੀਂ? ਅਕਾਲੀ ਦਲ ਥਾਪੀਆਂ ਮਾਰਦਾ ਆ ਕੇ ਵੀ ਤੁਸੀਂ ਕਰੋ ਉਹਦਾ ਰਿਵਿਊ। ਤੁਸੀਂ ਕਹਿੰਦੇ ਸੀ ਆਏ, ਅਸੀਂ ਤਾਂ ਕਰਕੇ ਆ ਗਿਆ, ਮੁੜ ਕੇ ਜੇ ਠੀਕ ਸੀ ਤੁਸੀਂ ਸਾਨੂੰ ਬਦਨਾਮ ਕਰਦੇ ਰਹੇ, ਗੱਲ ਠੀਕ ਹੈ। ਜਦ ਕਿ ਉਹ ਗੱਲ ਠੀਕ ਨਹੀਂ ਹੈ, ਪਰ ਜਾਂ ਤੁਹਾਡੇ 'ਚ ਹਿੰਮਤ ਨਹੀਂ ਹੈ, ਜਾਂ ਤੁਸੀਂ ਹੁਣ ਟੈਕਨੀਕਲੀ ਇਹ ਸੋਚਣ ਲੱਗੇ ਕਿ ਅੱਗੇ ਅਸੀਂ ਕਿਵੇਂ ਵਧੀਏ। ਇਸ ਜੀਵੀਕੇ ਦੇ ਮਾਮਲੇ ਦੇ ਵਿੱਚ ਵੀ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਓਪਨ ਕਰਨੀਆਂ ਚਾਹੀਦੀਆਂ ਨੇ ਕਿ ਤਾਂ ਪੰਜਾਬ ਨਾਲ ਇੰਟਰੈਕਟ ਕਰਨਾ ਚਾਹੀਦਾ, ਲੋਕਾਂ ਦੇ ਸਾਹਮਣੇ ਤੱਥ ਰੱਖਣੇ ਚਾਹੀਦੇ ਨੇ। ਕੱਲਾ ਐ ਨਹੀਂ ਅਸੀਂ ਆਹ ਕਰ ਲਾਂਗੇ ਤੁਹਾਨੂੰ ਦਿਖਾਵਾਂਗੇ, ਉਦੋਂ ਬਾਅਦ ਕੀ ਕਰਾਂਗੇ। ਦੇਖ ਤਾਂ ਪੰਜਾਬ ਦੇ ਲੋਕਾਂ ਨੇ ਬਹੁਤ ਲਿਆ। ਤੇ ਦੂਜਾ ਇਹ ਹੈ, ਮੈਨੂੰ ਲੱਗਦਾ ਕਿ ਪੰਜਾਬ ਦੀ ਇੰਜੀਨੀਅਰ ਐਸੋਸੀਏਸ਼ਨ ਜਿਹੜੀ ਇਸ ਗੱਲ ਲਈ ਟੈਕਨੀਕਲ ਬਾਹਰ ਹੈ, ਉਹ ਵੀ ਜਦੋਂ ਸਾਹਮਣੇ ਆਏਗੀ ਤੱਥਾਂ ਦੇ ਨਾਲ, ਇਸ ਤੋਂ ਬਾਅਦ ਉਹਨੂੰ ਆਉਣਾ ਹੀ ਚਾਹੀਦਾ ਤੁਰੰਤ ਵੀ ਕਿ ਕੀ ਪੰਜਾਬ ਦੇ ਪੱਖ 'ਚ ਹੈ ਜਾਂ ਪੰਜਾਬ ਦੇ ਨਹੀਂ ਹੈ ਉਸ ਪੱਖ ਤੋਂ, ਤਾਂ ਕਿ ਤਾਂ ਵੀ ਲੋਕਾਂ ਨੂੰ ਪਤਾ ਲੱਗ ਜਾਏਗਾ ਇਸ ਸਾਰੇ ਮਾਮਲੇ। ਲੋਕਾਂ ਨਾਲ ਬਾਰ-ਬਾਰ ਠੱਗੀ ਨਾ ਹੋਵੇ, ਬਾਰ-ਬਾਰ ਉਸ ਪਾਸੇ ਨਾ ਜਾਇਆ ਜਾਏ। ਇੱਕ ਗੱਲ ਕਲੀਅਰ ਹੈ ਕਿ ਜੇ ਪਬਲਿਕ ਸੈਕਟਰ ਦੇ ਵਿੱਚ ਪਾਵਰ ਜਨਰੇਸ਼ਨ ਦੇ ਮਾਮਲੇ ਦੇ ਵਿੱਚ ਬੈਲੈਂਸ ਬਣਿਆ ਰਹੇ, ਸਾਰਾ ਕੁਝ ਪ੍ਰਾਈਵੇਟ ਪਾਸੇ ਨਾ ਜਾਵੇ, ਤਾਂ ਬਿਜਲੀ ਦੇ ਰੇਟ ਵੀ
ਔਰ ਬਿਜਲੀ ਦੀ ਆਮਦ ਵੀ, ਇਹ ਦੋਨੋਂ ਗੱਲਾਂ ਫਾਇਦਾ ਰਹੂ, ਕਿਉਂਕਿ ਇੱਕ ਮੁਕਾਬਲਾ ਰਹੂਗਾ, ਇੱਕ ਕਾਊਂਟਰ ਸਿਸਟਮ ਰਹੂਗਾ, ਮਨਮਾਨੀ ਨਹੀਂ ਹੋਏਗੀ ਕਿਸੇ ਪਾਸੇ ਵੱਲ। ਇਸ ਧਾਰਨਾ ਨੂੰ ਦੇਖੇ ਠੀਕ ਹੈ। ਇਹਦੇ ਤੋਂ ਵੀ ਅੱਗੇ ਸਾਡੀ ਲੜਾਈ ਹਾਈਡਲ ਪ੍ਰੋਜੈਕਟਾਂ ਦੀ ਹੋਣੀ ਚਾਹੀਦੀ ਹੈ, ਤੇ ਜਿੱਥੇ ਨਾ ਉਸ ਲੈਵਲ ਤੇ ਕੋਈ ਪੋਲੂਸ਼ਨ ਨਾ ਹੋ। ਔਰ ਸਾਡਾ 600-700 ਹਾਈਡਲ ਪ੍ਰੋਜੈਕਟ ਜਿਹੜਾ ਪਿਆ ਹੋਇਆ ਹੈ, ਕਈਆਂ ਦੇ ਉੱਤੇ ਕਹਿੰਦੇ ਇਸ ਕਰਕੇ ਨਹੀਂ ਸੀ ਪੈਸੇ ਮੰਗੇ ਜਾਂਦੇ ਨੇ ਹਰ ਪ੍ਰੋਜੈਕਟ ਤੇ, ਜਿਹੜੇ ਚਾਹੇ 4-4 ਮੈਗਾਵਾਟ ਵਾਲਾ ਪ੍ਰੋਜੈਕਟ ਹੋਵੇ, ਉਧਰ ਅਸੀਂ ਫੋਕਸ ਕਿਉਂ ਨਹੀਂ ਕਰਦੇ? ਜਿਹੜਾ ਸਾਡੇ ਕੋਲ ਪਾਣੀ ਵੀ ਹੈ ਤੇ ਉਸ ਪਾਸੇ ਵੱਲ ਚੱਲਿਆ ਜਾਏ ਜੇਕਰ ਇਨ ਦੀ ਲੌਂਗ ਰਨ, ਉਸ ਗੱਲ ਨੂੰ ਵੀ ਧਿਆਨ 'ਚ ਰੱਖਣ ਦੀ ਲੋੜ ਹੈ। ਬਿਲਕੁਲ ਠੀਕ ਹੈ, ਸਰਕਾਰ ਨੂੰ ਇਹ ਕਰਨਾ ਚਾਹੀਦਾ, ਆਪਣੇ ਪਲਾਂਟ ਲਾਉਣੇ ਚਾਹੀਦੇ ਆ। ਪਰ ਇਹਦੇ ਨਾਲ ਭਗਵੰਤ ਮਾਨ ਜੀ ਲਈ ਇਸ ਮੰਚ ਤੋਂ ਇੱਕ ਬੇਨਤੀ ਹੈ ਕਿ ਜਿਹੜੇ ਗ੍ਰੀਨ એનર્ਜੀ ਦੇ ਨਾਂ ਤੇ ਸਮਝੌਤੇ ਹੋਏ ਨੇ, ਸੋਲਰ ਤੇ ਹੋਰ, ਜਿਨ੍ਹਾਂ ਬਾਰੇ ਬਿਜਲੀ ਰੈਗੂਲੇਟਰ ਵੀ ਸਾਫ਼ ਕਰਦਾ ਹੈ ਕਿ ਪਹਿਲਾਂ ਬਿਜਲੀ ਉਹਨਾਂ ਤੋਂ ਖਰੀਦੋ, ਥਰਮਲ ਤੋਂ, ਸਰਕਾਰੀ ਤੋਂ, ਕਿਸੇ ਤੋਂ ਵੀ ਪਹਿਲਾਂ ਉਹ ਗ੍ਰੀਨ એનર્ਜੀ ਦੇ ਰੂਪ ਦੇ ਵਿੱਚ ਸੋਲਰ ਜਾਂ ਬਾਕੀ ਬਾਇਓਮਾਸ ਜਿਹੜੇ ਪਲਾਂਟ ਲੱਗੇ ਨੇ ਪੰਜਾਬ 'ਚ, ਉਹਨਾਂ ਦੀਆਂ ਦਰਾਂ ਚੈੱਕ ਕਰੋ। 18 ਰੁਪਏ ਤੱਕ ਜਾ ਕੇ ਉਹਨਾਂ ਤੋਂ ਖਰੀਦੀ ਜਾ ਰਹੀ ਹੈ ਬਿਜਲੀ। ਜਦੋਂ ਸਮਝੌਤੇ ਹੋਏ ਉਦੋਂ ਇਹ ਇੰਨੇ ਮਹਿੰਗੇ ਸਮਝੌਤੇ ਕਦੀ ਕਿਸੇ ਨੇ ਅੱਜ ਤੱਕ ਰਿਵਿਊ ਨਹੀਂ ਕੀਤਾ, ਇਹਦੀ ਜਾਂਚ ਨਹੀਂ ਹੋਈ, ਕੌਣ ਕਰ ਰਿਹਾ ਸੀ, ਕਿਵੇਂ ਕਰ ਰਿਹਾ ਸੀ। ਇਹ ਸਰਕਾਰ ਮਹਿਜ ਖਾਨਾ ਪੂਰਤੀ ਤੱਕ ਦਿਸੂਗੀ ਜੇ ਉਹ ਇਹਨਾਂ ਮਾਮਲਿਆਂ ਨੂੰ ਨਹੀਂ ਲੈਂਦੀ, ਕਿਉਂਕਿ ਉਹ ਪ੍ਰਾਈਵੇਟ ਪਲੇਅਰ ਉਹਦੇ 'ਚ ਬਹੁਤ ਨੇ, ਉਹਦੇ ਵਿੱਚ ਸਿਆਸਤਾਂ ਦੀ ਬੂ ਆਉਂਦੀ ਰਹੀ ਆ, ਉਹ ਅਲਾਟਮੈਂਟ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਆ। ਤੇ ਜਿਵੇਂ ਸਰਦਾਰ ਹਮੀਰ ਸਿੰਘ ਜੀ ਨੇ ਕਿਹਾ ਕਿ ਇਹਦੇ ਸਮਾਨਾਂਤਰ ਸਾਡੇ ਕੋਲ ਹਾਈਡਲ ਪ੍ਰੋਜੈਕਟਾਂ ਤੇ ਬਾਕੀ ਮਾਮਲਿਆਂ ਦੇ ਵਿੱਚ ਵੀ ਘੱਟੋ ਘੱਟ ਤੁਹਾਡੇ ਕੋਲ ਥਿੰਕ ਟੈਂਕ, ਤੁਹਾਡੇ ਇੰਜੀਨੀਅਰਸ ਦਾ ਇੱਕ ਪੂਰਾ ਜਿਹੜਾ ਤੁਹਾਨੂੰ ਪਿੱਛੋਂ ਬੈਠ ਕੇ ਫੀਡ ਕਰ ਰਿਹਾ ਹੋਵੇ, ਉਹ ਹੋਣੇ ਚਾਹੀਦੇ ਆ। ਸਰਦਾਰ ਜਗਤਾਰ ਸਿੰਘ ਜੀ, 2 ਲਾਈਨਾਂ ਦੇ ਵਿੱਚ ਸਮਾਪਨ ਇਹਦਾ ਕਰ ਦਿਓ ਜੀ। ਇਸ ਸਿਚੁਏਸ਼ਨ ਦੇ ਵਿੱਚ ਸਾਰੇ ਟੋਟਲ ਟਰਾਂਸਪੇਰੈਂਸੀ ਪਾਵਰ ਸੈਕਟਰ 'ਚ ਹੋਣੀ ਚਾਹੀਦੀ ਹੈ। ਇਹ ਲਗਾਤਾਰ ਉੱਠ ਰਿਹਾ ਸੀ ਕਿ ਜਿਹੜਾ PPA ਹੈਗੇ ਹੈ ਉਹ ਤੇ ਵਾਈਟ ਪੇਪਰ ਇਸ਼ੂ ਕਰੋ। ਉਹ ਵਾਈਟ ਪੇਪਰ ਅੱਜ ਤੱਕ ਇਸ਼ੂ ਨਹੀਂ ਹੋਇਆ। ਪਹਿਲਾਂ ਸਾਰੀ ਟਰਾਂਸਪੇਰੈਂਸੀ ਲਿਆਓ, ਲੌਂਗ ਟਰਮ ਪਾਲਿਸੀ ਪਾਵਰ ਤੇ ਬਣਾਓ, ਕਿਉਂਕਿ ਪਾਵਰ ਤੋਂ ਬਿਨਾ ਸਟੇਟ ਦੀ ਡਿਵੈਲਪਮੈਂਟ ਪੋਸੀਬਲ ਹੀ ਨਹੀਂ ਹੈ। ਸੋ ਲੌਂਗ ਟਰਮ ਅਪਰੋਚ ਲੈ ਕੇ, ਟਰਾਂਸਪੇਰੈਂਸੀ ਲੈ ਕੇ ਔਰ ਨਾਨ ਪੋਲਿਊਟਿੰਗ ਏਰੀਆਜ਼ ਤੋਂ ਪਾਵਰ ਪ੍ਰੋਡਿਊਸ ਕਰਨ ਦਾ ਸਿਸਟਮ ਲਾਗੂ ਕੀਤਾ ਜਾਵੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।